ਪ੍ਰਾਪਤ ਹੈ। ਸੁਣੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। श्री बाला संतर वाच चौपई। सुन श्री अंगद कथा रसाला, आगै गमने बहुर कृपाला। सुन श्री अंगद कथा रसाला। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਗਰੀਬ ਨਿਵਾਜ ਜੁਗੋ ਜੁਗ ਅਟਲ। ਵਾਲੀਏ ਕੁਲ ਆਲਮ ਸਰਵਰੇ ਕਾਇਨਾਤ, ਹਜੂਰੇ ਅਨਵਰ ਸ਼ਹਿਨਸ਼ਾਹੇ ਦੋ ਜਹਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡੇ ਭਾਗਾਂ ਦਾ ਸਦਕਾ ਪੂਰੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਸੰਗਤ ਪ੍ਰਾਪਤ ਹੋਈ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਪਿੱਛੇ ਵਾਲੇ ਪ੍ਰਸੰਗ ਦੇ ਵਿੱਚ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ੍ਰੇਸ਼ਟ ਉਪਦੇਸ਼ ਬਖਸ਼ ਕੇ ਕਲਯੁਗੀ ਜੀਵਾਂ ਨੂੰ ਨਿਹਾਲ ਕੀਤਾ। ਪੰਡਤਾਂ ਨੇ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਕੇ ਗੁਰੂ ਕੀ ਸਿੱਖੀ ਧਾਰਨ ਕੀਤੀ ਹੈ। ਆਓ ਜਿਵੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਜਗਨਨਾਥਪੁਰੀ ਵੱਲ ਨੂੰ ਚਾਲੇ ਪਾ ਰਹੇ ਨੇ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰੂ ਕਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ, ਗੁਰੂ ਕੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਈਏ। ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀਓ, ਆਪ ਜੀ ਦਾ ਉਪਦੇਸ਼ ਬੜਾ ਮਹਾਨ ਹੈ। ਅਸੀਂ ਕਲਯੁਗੀ ਜੀਵਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ। ਆਪ ਜੀ ਦਾ ਪਾਵਨ ਪਵਿੱਤਰ ਉਪਦੇਸ਼ ਅਸੀਂ ਕਲਯੁਗੀ ਜੀਵਾਂ ਦੇ ਹਿਰਦਿਆਂ ਦੇ ਵਿੱਚ ਵਸ ਜਾਵੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਈਏ। ਆਓ ਜੀ, ਸਤਿਗੁਰੂ ਜੀ ਮਹਾਨ ਕਿਰਪਾ ਕਰ ਰਹੇ ਨੇ। श्री बाला संतर वाच। ਸੰਧੂ ਗੋਤ ਦੇ ਭਾਈ ਬਾਲਾ ਜੀ ਪਾਵਨ ਪਵਿੱਤਰ ਉਪਦੇਸ਼, ਪਾਵਨ ਪਵਿੱਤਰ ਗੁਰੂ ਕਾ ਇਤਿਹਾਸ ਉਚਾਰਨ ਕਰ ਰਹੇ ਨੇ। चौपई। सुन श्री अंगद कथा रसाला। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀਓ, ਗੁਰੂ ਕੇ ਜੀਵਨ ਕੌਤਕਾਂ ਦੀ ਜੋ ਰਸਦਾਇਕ ਕਥਾ ਹੈ ਨਾ, ਹਿਰਦੇ ਨੂੰ ਸਕੂਨ ਦੇਣ ਵਾਲੀ ਗੁਰੂ ਕੇ ਜੀਵਨ ਕੌਤਕਾਂ ਦੀ ਕਥਾ ਵਿਚਾਰ ਰੂਹਾਨੀਅਤ ਦੇ ਨਾਲ, ਰੱਬ ਦੀ ਭਗਤੀ ਦੇ ਨਾਲ ਜੋੜਨ ਵਾਲੀ ਸਤਿਗੁਰੂ ਜੀ ਦੇ ਜੀਵਨ ਕੌਤਕਾਂ ਦੀ ਕਥਾ ਜਿਹੜੀ ਹੈ ਉਹ ਅੱਗੇ ਸਰਵਣ ਕਰਨਾ ਕਰੋ ਜੀ। आगै गमने बहुर कृपाला। ਕਿਰਪਾਲੂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਅੱਗੇ ਨੂੰ ਚੱਲੇ ਨੇ, ਅੱਗੇ ਨੂੰ ਚਾਲੇ ਪਾ ਦਿੱਤੇ। जगन्नाथ को जह स्थाना। ਜਿਸ ਥਾਂ ਤੇ ਜਗਨਨਾਥ ਦਾ ਅਸਥਾਨ ਹੈ, ਜਗਨਨਾਥਪੁਰੀ ਦੇ ਵਿੱਚ तहाँ जाए पहुँचे गत दाना। ਮੁਕਤੀ ਦਾਤੇ ਚੋਜੀ ਪ੍ਰੀਤਮ ਸਤਿਗੁਰੂ ਜੀ ਉੱਥੇ ਜਾ ਕੇ ਪਹੁੰਚ ਗਏ ਨੇ। हर मंदिर के दर पर जाई। ਜਿਹੜਾ ਉੱਥੇ ਮੰਦਿਰ ਹੈ ਨਾ, ਉਹਦੇ ਦਰਵਾਜ਼ੇ ਦੇ ਉੱਪਰ ਚਲੇ ਗਏ ਨੇ। बैठे कितक काल तेह थाई। ਕਿੰਨਾ ਕੁ ਸਮਾਂ ਉੱਥੇ ਬੈਠੇ ਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। संध्या काल पहुँचे जब ही। ਜਦੋਂ ਸੰਧਿਆ ਦਾ ਸਮਾਂ ਆ ਗਿਆ, सब पंडे मिल आए तब ही। ਤਦੋਂ ਸਾਰੇ ਹੀ ਜਿਹੜੇ ਪਾਂਡੇ ਸਨ, ਪੰਡਤ, ਉਹ ਮਿਲ ਕੇ ਆ ਗਏ ਨੇ। करने लगे आरती तेहवा। ਸਾਰੇ ਹੀ ਪੰਡਤ ਬੈਠ ਕੇ ਤੇ ਆਰਤੀ ਕਰਨ ਲੱਗੇ ਨੇ। जगन्नाथ को मंदिर जिहवा।
ਜਿਸ ਥਾਂ ਤੇ ਜਗਨਨਾਥ ਦਾ ਮੰਦਿਰ ਹੈ ਉੱਥੇ ਆਰਤੀ ਕਰਨ ਲੱਗੇ ਨੇ ਪੰਡਤ ਲੋਕ। ਸ੍ਰੀ ਗੁਰ ਬੈਠੇ ਰਹੇ ਅਡੋਲਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਅਡੋਲ ਚਿੱਤ ਬਿਰਤੀ ਦੇ ਵਿੱਚ ਬੈਠੇ ਰਹੇ ਨੇ। ਠਾਂਡੇ ਭਏ ਨ ਕੁਛ ਮੁਖ ਬੋਲਾ। ਸਤਿਗੁਰੂ ਜੀ ਆਪਣੀ ਮਸਤੀ ਦੇ ਵਿੱਚ ਖੜੇ ਰਹੇ ਨੇ, ਕੁਝ ਵੀ ਆਪਣੇ ਮੁਖਾਰਬਿੰਦ ਤੋਂ ਬੋਲਿਆ ਨਹੀਂ। ਤੇ ਛਿਨ ਪੰਡੇ ਰਿਸੇ ਉਰ ਤਾਰੀ। ਉਸ ਸਮੇਂ ਪੰਡਤਾਂ ਨੇ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਕੀਤਾ ਹੈ, ਨਿਰਾਜ ਹੋਏ ਨੇ ਪੰਡਤ ਸਾਰੇ ਹੀ। ਆਨ ਸਮੀਪੰ ਗਿਰਾ ਉਚਾਰੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸ ਆ ਕੇ ਤੇ ਇਹ ਬਚਨ ਉਚਾਰਨ ਕੀਤੇ। ਕੋ ਹੈ ਤੁਮ ਕਹਿ ਥਲ ਤੇ ਆਇਓ। ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਹੇ ਸੰਤ ਜੀ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ? ਹੈ ਅਨਜਾਨ ਭੇਦ ਨਹਿ ਪਾਇਓ। ਸਾਨੂੰ ਅਣਜਾਣ ਜੈਸੇ ਦਿਖਾਈ ਦਿੰਦੇ ਹੋ, ਤੁਹਾਡਾ ਕੋਈ ਭੇਤ ਨਹੀਂ ਪਾਇਆ ਜਾ ਸਕਦਾ। ਭਾਵ ਕਿ ਨਾ ਤਾਂ ਤੁਹਾਡਾ ਲਿਬਾਸ ਤੁਰਕਾਂ ਵਾਲਾ ਹੈ ਤੇ ਨਾ ਹਿੰਦੂਆਂ ਵਾਲਾ ਹੈ, ਇਸ ਕਰਕੇ ਤੁਹਾਡੇ ਬਾਰੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਸਭਨ ਆਰਤੀ ਖਰੇ ਉਤਾਰੀ। ਸਾਰੇ ਪੰਡਤਾਂ ਨੇ ਅਸੀਂ ਖੜੇ ਹੋ ਕੇ ਬੜੀ ਭਾਵਨਾ ਦੇ ਸਹਿਤ ਆਰਤੀ ਉਤਾਰੀ ਹੈ, ਆਰਤੀ ਉਚਾਰਨ ਕੀਤੀ ਹੈ। ਹਾਂਜੀ, ਤੁਮ ਬੈਠਿਓ ਰਹਿਓ ਇਹ ਬਾਰੀ। ਤੁਸੀਂ ਆਪਣੀ ਮੌਜ ਦੇ ਵਿੱਚ ਬੈਠੇ ਹੀ ਰਹੇ ਹੋ। ਜਗਨਨਾਥ ਕੋ ਭਾਉ ਨ ਕੀਨੋ। ਜਗਨਨਾਥ ਦੇਵਤੇ ਦਾ ਤੁਹਾਡੇ ਹਿਰਦੇ ਦੇ ਵਿੱਚ ਭਾਵ ਨਹੀਂ ਹੈ, ਪ੍ਰੇਮ ਨਹੀਂ ਹੈ। ਉਠਿਓ ਨ ਤੇ ਛਿਨ ਕਿਆ ਤੈ ਜੀਨੋ। ਤੋ ਉਸ ਸਮੇਂ ਆਰਤੀ ਦੇ ਸਮੇਂ ਤੁਸੀਂ ਉੱਠੇ ਨਹੀਂ, ਸਾਡੇ ਨਾਲ ਜੋ ਅਸੀਂ ਕਰਤੱਵ ਕਰ ਰਹੇ ਸੀ ਉਹ ਤੁਸੀਂ ਨਹੀਂ ਕੀਤਾ। ਕੀ ਕਾਰਨ ਹੈ ਇਹਦੇ ਵਿੱਚ? ਸੁਨ ਕਰ ਜਗ ਗੁਰ ਬਚਨ ਬਖਾਨੇ। ਜਗਤ ਦੇ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਇਹ ਆਪਣੇ ਸੁਭਾਇਮਾਨ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ। ਸਦਾ ਆਰਤੀ ਹਮ ਪਹਿਚਾਨੇ। ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਅਸੀਂ ਇਹ ਜਾਣਦੇ ਹਾਂ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਆਰਤੀ ਸਦਾ ਵਾਸਤੇ ਕੁਦਰਤੀ ਤੌਰ ਤੇ ਹੋ ਰਹੀ ਹੈ। ਸਰਬ ਸ਼੍ਰੋਮਣ ਜਸ ਪ੍ਰਭ ਊਚੇ। ਸਾਰਿਆਂ ਤੋਂ ਸ਼੍ਰੋਮਣੀ ਉੱਚਾ ਸੁੱਚਾ ਪਰਮਾਤਮਾ ਵਾਹਿਗੁਰੂ ਜੀ ਦਾ ਜਸ ਹੈ। ਸਭ ਤੋਂ ਸ਼੍ਰੋਮਣੀ ਪਰਮਾਤਮਾ ਤੇ ਪਰਮਾਤਮਾ ਤੋਂ ਹੀ ਵੱਡਾ ਪਰਮਾਤਮਾ ਦਾ ਨਾਮ ਹੈ, ਕਿਉਂਕਿ ਬਚਨ ਆਉਂਦੇ ਨੇ ਨਾ, ਉੱਚੇ ਉੱਪਰ ਉੱਚਾ ਨਾਓ। ਉੱਚੇ ਪਰਮਾਤਮਾ ਦੇ ਉੱਤੇ ਉਹ ਪਰਮਾਤਮਾ ਦਾ ਨਾਮ ਸਭ ਤੋਂ ਉੱਚਾ ਹੈ। ਕਰਹਿ ਆਰਤੀ ਤਸ ਮਨ ਸੂਚੇ। ਤੋ ਜੇ ਉਸੇ ਤਰ੍ਹਾਂ ਜੇ ਪਰਮਾਤਮਾ ਦੀ ਆਰਤੀ ਕਰਨੀ ਹੋਵੇ ਨਾ, ਤੇ ਜਿਵੇਂ ਪਰਮਾਤਮਾ ਆਪ ਸੁੱਚਾ ਹੈ, ਆਪ ਉੱਚਾ ਹੈ, ਤੇ ਉਸੇ ਤਰ੍ਹਾਂ ਦਾ ਮਨ ਉੱਚਾ ਸੁੱਚਾ ਹੋਣਾ ਚਾਹੀਦਾ। ਅਲਪ ਆਰਤੀ ਕਿਆ ਤੁਮ ਕਰੇ ਹੋ। ਇਹ ਤੁਸੀਂ ਛੋਟੀ ਜਿਹੀ ਆਰਤੀ ਕੀ ਕਰਦੇ ਹੋ? ਤੁਛ ਸੋਜ ਜਾ ਮਹਿ ਸ਼ੁਭ ਧਰੇ ਹੋ। ਜਿਹੜੀ ਤੁਸੀਂ ਥਾਲੀ ਰੱਖੀ ਹੈ ਨਾ ਆਰਤੀ ਕਰਨ ਵਾਲੀ, ਉਹਦੇ ਵਿੱਚ ਤੁਛ ਜਿਹੀਆਂ ਸੋਜ, ਤੁਛ ਜਿਹਾ ਸਮਾਨ ਰੱਖਿਆ ਹੈ। ਆਰਤੀ ਕਰਨ ਵਾਸਤੇ ਥਾਲ ਦੇ ਵਿੱਚ ਛੋਟੀਆਂ ਛੋਟੀਆਂ ਵਸਤੂਆਂ ਰੱਖ ਲਈਆਂ ਨੇ ਤੁਸੀਂ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ। ਮਨ ਨਿਰਮਲ ਕਰ ਨਹੀਂ ਟਿਕਾਵ ਹੋ। ਮਨ ਨੂੰ ਨਿਰਮਲ ਕਰਕੇ ਟਿਕਾਇਆ ਨਹੀਂ ਹੈ। ਤੋ ਅਬਿਮਤ ਕਿਆ ਫਲ ਤੁਮ ਪਾਵ ਹੋ। ਫਿਰ ਜੇ ਤੁਹਾਡਾ ਮਨ ਹੀ ਨਿਰਮਲ ਨਹੀਂ ਤੇ ਫਿਰ ਕੀ ਪ੍ਰਾਪਤੀ ਕਰੋਗੇ? ਆਰਤੀ ਕਰਕੇ ਤੁਹਾਨੂੰ ਕੀ ਲਾਭ ਹੋਵੇਗਾ? ਫਿਰ ਪੰਡੇ ਕਹੈ ਆਰਤੀ ਕੈਸੀ। ਜਿਹੜੇ ਪਾਂਡੇ ਨੇ ਉਹ ਕਹਿਣ ਲੱਗੇ ਕਿ ਸਤਿਗੁਰੂ ਜੀ ਉਹ ਕਿਰਪਾ ਕਰਕੇ ਦੱਸੋ ਕੈਸੀ ਆਰਤੀ ਹੋਣੀ ਚਾਹੀਦੀ ਹੈ। ਨਿਤ ਪ੍ਰਤ ਕਰ ਤਰ ਹੋ ਕਹੋ ਤੈਸੀ। ਜਿਵੇਂ ਨਿਤਾ ਪ੍ਰਤੀ ਤੁਸੀਂ ਦੱਸਿਆ ਹੈ ਕਿ ਅਸੀਂ ਆਰਤੀ ਕਰਦੇ ਹਾਂ, ਉਹ ਆਰਤੀ ਸਾਨੂੰ ਵੀ ਦੱਸਣਾ ਕਰੋ ਜੀ। ਤਿਨ ਤੇ ਸੁਨ ਕੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਪੰਡਤਾਂ ਦੀ ਬੇਨਤੀ ਸੁਣ ਕੇ ਤੇ ਸੁਭਾਇਮਾਨ ਮੁਖਾਰਬਿੰਦ ਤੋਂ ਬਚਨ ਕੀਤੇ। ਕਹਿਣ ਲੱਗੇ ਨੇ ਸ਼ਬਦ ਆਰਤੀ ਰੀਤ ਬਖਾਨਾ। ਆਰਤੀ ਦੀ ਰੀਤੀ ਦੇ ਅਨੁਸਾਰ, ਆਰਤੀ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਸੱਚੀ ਸੁੱਚੀ ਮਰਿਆਦਾ ਹੈ ਨਾ, ਉਹ ਸਮਝਾਉਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸੁਭਾਇਮਾਨ ਮੁਖਾਰਬਿੰਦ ਤੋਂ ਬਚਨ ਉਚਾਰਨ ਕੀਤੇ। ਤਨਾਸਰੀ ਮਹੱਲਾ ਪਹਿਲਾ ਆਰਤੀ।
ਧਨਾਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚੋਜੀ ਪ੍ਰੀਤਮ ਸਤਿਗੁਰੂ ਜੀ ਨੇ ਇਹ ਆਰਤੀ ਦੇ ਪ੍ਰਥਾਏ ਬਚਨ ਉਚਾਰਨ ਕੀਤੇ ਨੇ। ਤੋ ਗੁਰੂ ਕੇ ਸਿੱਖੋ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਦੋ ਸ਼ਬਦ ਉਚਾਰਨ ਕੀਤੇ ਨੇ। ਇੱਕ ਆਰਤੀ ਦੇ ਵਿੱਚ ਹੈ, ਆਰਤੀ ਦੇ ਸਰਲੇਖ ਦੇ ਹੇਠ, ਤੇ ਇੱਕ ਕੀਰਤਨ ਸੋਹਿਲੇ ਦੇ ਸਰਲੇਖ ਦੇ ਹੇਠ ਹੈ। ਦੋ ਸ਼ਬਦ ਉਚਾਰਨ ਕੀਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਤੇ ਇਹਨਾਂ ਸ਼ਬਦਾਂ ਦੇ ਵਿੱਚ ਥੋੜਾ ਫਰਕ ਹੈ, ਥੋੜਾ ਫਰਕ ਰੱਖਿਆ ਹੈ। ਸਤਿਗੁਰੂ ਜੀ ਨੇ ਜਿਹੜੇ ਗੁਰਮੁਖ ਨਿਤਾ ਪ੍ਰਤੀ ਕੀਰਤਨ ਸੋਹਿਲੇ ਦਾ ਪਾਠ ਤੇ ਆਰਤੀ ਉਚਾਰਨ ਕਰਦੇ ਨੇ ਨਾ, ਉਹਨਾਂ ਨੂੰ ਇਹ ਭੇਦ ਦਾ ਪਤਾ ਹੈ। ਤੋ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆਰਤੀ ਉਚਾਰਨ ਕੀਤੀ ਹੈ। ਕੀਰਤਨ ਸੋਹਿਲੇ ਦੇ ਵਿੱਚ ਜੋ ਸ਼ਬਦ ਹੈ ਉੱਥੇ ਆਰਤੀ ਨਹੀਂ ਲਿਖਿਆ ਹੋਇਆ, ਨਾਲ ਧਨਾਸਰੀ ਮਹੱਲਾ ਪਹਿਲਾ ਕੱਲਾ ਲਿਖਿਆ ਹੋਇਆ, ਉੱਥੇ ਆਰਤੀ ਨਹੀਂ ਲਿਖਿਆ ਹੋਇਆ, ਤੇ ਇੱਥੇ ਆਰਤੀ ਲਿਖਿਆ ਹੈ। ਫਿਰ ਸਹਿਜ ਤਵ ਨੈਣ ਨਨ ਨੈਣ ਹੈ ਤੋਹੇ ਕਉ, ਨੈਣ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ। ਫਿਰ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ, ਹਰ ਚਰਨ ਕਵਲ ਮਕਰੰਦ ਲੋਭਤ ਮਨੁ ਆਨੰਦ ਨੂੰ ਮੋਹੇ ਆਹੀ ਪਿਆਸਾ, ਹੋਏ ਜਾਤੇ ਤੇਰਾ ਨਾਏ ਵਾਸਾ। ਇਹ ਫਰਕ ਹੈ। ਫਿਰ ਇਸੇ ਹੀ ਤਰ੍ਹਾਂ ਧਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਉੱਥੇ ਆਰਤੀ ਦੇ ਵਿੱਚ ਹੈ ਲਿਖਿਆ ਹੋਇਆ। ਸਹਿਸ ਮੂਰਤ ਨਨਾ ਏਕ ਤੋਹੀ, ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ, ਆਰਤੀ ਦੇ ਵਿੱਚ ਕੈ ਲਿਖਿਆ ਹੋਇਆ। ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਫਿਰ ਆਰਤੀ ਦੇ ਵਿੱਚ ਹਰ ਚਰਨ ਕਮਲ ਮਕਰੰਦ ਲੋਭਤ ਮਨੁ ਆਨੰਦ ਨੂੰ ਮੋਹੇ ਆਈ ਪਿਆਸਾ, ਹੋਏ ਜਾਤੇ ਤੇਰਾ ਨਾਮ ਵਾਸਾ। ਨਾਮ ਵਾਸਾ ਆਰਤੀ ਦੇ ਵਿੱਚ ਲਿਖਿਆ ਹੋਇਆ। ਤੇ ਇਹ ਸਤਿਗੁਰੂ ਜੀ ਨੇ ਆਰਤੀ ਤੇ ਧਨਾਸਰੀ ਰਾਗ ਦੇ ਵਿੱਚ ਜਿਹੜਾ ਕੀਰਤਨ ਸੋਹਿਲੇ ਦੇ ਵਿੱਚ ਸ਼ਬਦ ਉਚਾਰਨ ਕੀਤਾ, ਉਹਦਾ ਭੇਦ ਸਤਿਗੁਰੂ ਜੀ ਨੇ ਰੱਖਿਆ ਹੈ। ਤੋ ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ। ਧਨਾਸਰੀ ਰਾਗ ਦੇ ਵਿੱਚ, ਰਾਗ ਧਨਾਸਰੀ ਹੈ, ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਹੋਇਆ। ਤੋ ਮਹੱਲਾ ਬੋਲਣਾ ਹੈ ਇੱਥੇ, ਮਹਿਲਾ ਨਹੀਂ, ਮਹੱਲਾ ਬੋਲਣਾ ਹੈ। ਮਹੱਲੇ ਦਾ ਅਰਥ ਹੈ ਪਾਤਸ਼ਾਹ, ਮਹਿਲਾ ਦਾ ਅਰਥ ਇਸਤਰੀ ਹੈ। ਮਹਿਲਾ ਮੰਡਲ ਜਿਵੇਂ ਸ਼ਹਿਰਾਂ ਦੇ ਵਿੱਚ ਬਣੇ ਹੁੰਦੇ। ਤੋ ਆਰਤੀ ਸਰਲੇਖ ਦੇ ਵਿੱਚ ਲਿਖਿਆ ਹੈ। ਫਿਰ ਹਾਂਜੀ ਸਤਿਗੁਰੂ ਜੀ ਨੇ ਪ੍ਰਮਾਤਮਾ ਦਾ ਮੰਗਲ ਕੀਤਾ ਅੱਗੇ। ਇੱਕ ਓੰਕਾਰ, ਇੱਕ ਜੋ ਅਦਵੈਤ ਰੂਪ ਹੈ ਓੰਕਾਰ ਸਰਬ ਦਾ ਪ੍ਰਕਾਸ਼ਕ। ਤੋ ਓੰਕਾਰ ਪ੍ਰਥਮੇ ਓੰਕਾਰ ਜਿਨ ਕਹਾ ਸੋ ਧੁਨ ਪੂਰ ਜਗਤ ਮਹਿ ਰਹਾ, ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਫਿਰ ਇਸੇ ਹੀ ਤਰ੍ਹਾਂ ਓੰਕਾਰ ਬ੍ਰਹਮਾ ਉਤਪਾਤ, ਓੰਕਾਰ ਕੀਆ ਜਿਨ ਚਿਤ, ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮਏ। ਗੁਰਬਾਣੀ ਦੇ ਵਿੱਚ ਅਨੇਕਾਂ ਹੀ ਉਦਾਹਰਨਾਂ ਨੇ। ਓੰਕਾਰ ਦੀ ਧੁਨੀ ਉਚਾਰ ਕੇ ਸਤਿਗੁਰੂ ਉਹ ਪਰਮਾਤਮਾ ਵਾਹਿਗੁਰੂ ਜੀ ਨੇ ਸਾਰੀ ਸ੍ਰਿਸ਼ਟੀ ਦੀ ਪੈਦਾਇਸ਼ ਕੀਤੀ ਹੈ। ਓੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ। ਤੋ ਇਸ ਪ੍ਰਕਾਰ ਦੇ ਬਚਨ ਵੀ ਸਤਿਗੁਰੂ ਜੀ ਨੇ ਕੀਤੇ ਨੇ। ਹਾਂਜੀ ਸਤਿਗੁਰ ਪ੍ਰਸਾਦ, ਸਤ ਤ੍ਰੇਈ ਕਾਲ ਆਬਾਦ ਗੁਰ ਚੇਤਨ ਸਰੂਪ, ਸਤ ਜੋ ਸਦਾ ਵਾਸਤੇ ਰਹਿਣ ਵਾਲਾ ਹੋਵੇ, ਅਤੇ ਗੁਰ ਉਹਨੂੰ ਕਹਿੰਦੇ ਨੇ ਜੋ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਕੱਢ ਕੇ ਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਉਹਨੂੰ ਗੁਰੂ ਕਹਿੰਦੇ ਨੇ। ਤੋ ਗੁਰ ਪ੍ਰਸਾਦ, ਗੁਰੂ ਕੀ ਕਿਰਪਾ ਦੇ ਨਾਲ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ। ਪ੍ਰਸਾਦ ਨਹੀਂ, ਪ੍ਰਸਾਦ ਉਚਾਰਨ ਕਰਨਾ ਹੈ ਸੱਸੇ ਦੇ ਨਾਲ। ਗਗਨ ਮੈਂ ਥਾਲ, ਸਤਿਗੁਰੂ ਜੀ ਨੇ ਇਹ ਬਚਨ ਉਚਾਰਨ ਕੀਤੇ ਕਿ ਪੰਡਤੋ, ਤੁਹਾਡਾ ਜਿਹੜਾ ਥਾਲ ਹੈ ਨਾ, ਪਰਮਾਤਮਾ ਦਾ ਆਕਾਰ ਐਡਾ ਵੱਡਾ ਹੈ,
ਪਰਮਾਤਮਾ ਵਾਹਿਗੁਰੂ ਜੀ ਦੀ ਮੂਰਤ, ਉਹਦੀ ਹਸਤੀ ਬਹੁਤ ਜ਼ਿਆਦਾ ਵੱਡੀ ਹੈ। ਪਰਮਾਤਮਾ ਦੀ ਹਸਤੀ ਦੇ ਸੰਬੰਧ ਦੇ ਵਿੱਚ ਸੰਪੂਰਨ ਤੌਰ ਤੇ ਉਚਾਰਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੀ ਹਸਤੀ ਵੱਡੀ ਹੈ। ਪਰਮਾਤਮਾ ਦਾ ਵੈਰਾਟ ਰੂਪ ਬਹੁਤ ਜ਼ਿਆਦਾ ਵੱਡਾ ਹੈ, ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਪਰਮਾਤਮਾ ਦਾ ਵੈਰਾਟ ਰੂਪ ਸਾਰੇ ਬ੍ਰਹਿਮੰਡਾਂ ਨੂੰ ਆਪਣੇ ਵਿੱਚ ਢੱਕ ਲੈਂਦਾ ਹੈ, ਆਪਣੇ ਵਿੱਚ ਸਮੋ ਲੈਂਦਾ ਹੈ। ਇਸ ਕਰਕੇ ਪਰਮਾਤਮਾ ਬਹੁਤ ਜ਼ਿਆਦਾ ਵੱਡਾ, ਪਰ ਤੁਹਾਡਾ ਜਿਹੜਾ ਥਾਲ ਹੈ ਨਾ, ਜਿਸ ਦੇ ਵਿੱਚ ਪਰਮਾਤਮਾ ਦੀ ਤੁਸੀਂ ਆਰਤੀ ਕਰਦੇ ਹੋ, ਉਹ ਛੋਟਾ ਹੈ। ਉਹਦੇ ਵਿੱਚ ਜਿਹੜੀ ਸਮੱਗਰੀ ਰੱਖੀ ਹੋਈ ਹੈ ਉਹ ਵੀ ਛੋਟੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਪੰਡਿਤ ਜਨੋ, ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੀ ਆਰਤੀ ਕੁਦਰਤੀ ਤੌਰ ਤੇ ਹੀ ਹੋ ਰਹੀ ਹੈ। ਕੁਦਰਤ ਹੈ ਨਾ ਜਿਹੜੀ ਪਰਮਾਤਮਾ ਦੀ ਸਾਜੀ ਹੋਈ ਕੁਦਰਤ, ਉਹ ਕੁਦਰਤੀ ਤੌਰ ਤੇ ਹੀ ਪਰਮਾਤਮਾ ਦੀ ਆਰਤੀ ਹੋ ਰਹੀ ਹੈ। ਹਾਂਜੀ, ਗਗਨ ਮੈਂ ਥਾਲ। ਹਾਂਜੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਗਗਨਮਈ ਆਕਾਸ਼ਮਈ ਥਾਲ ਹੈ। ਜਿਹੜਾ ਆਕਾਸ਼ ਹੈ ਨਾ, ਉਹ ਹੀ ਥਾਲ ਹੈ। ਸਤਿਗੁਰੂ ਜੀ ਕਹਿੰਦੇ ਜਿਹੜੀ ਅਸੀਂ ਆਰਤੀ ਕਰਦੇ ਹਾਂ ਨਾ, ਸਾਡਾ ਥਾਲ ਬਹੁਤ ਜ਼ਿਆਦਾ ਵੱਡਾ ਹੈ, ਕਿਉਂਕਿ ਪਰਮਾਤਮਾ ਵੱਡਾ ਤੇ ਥਾਲ ਵੀ ਵੱਡਾ ਹੀ ਹੈ। ਤੇ ਕਹਿੰਦੇ ਗਗਨਮਈ ਥਾਲ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ, ਤੇ ਉਹਦੇ ਵਿੱਚ ਦੀਵੇ ਕਿਹੜੇ ਨੇ? ਥਾਲ ਏਡਾ ਵੱਡਾ ਹੈ ਤੇ ਦੀਵੇ ਨੇ ਸੂਰਜ ਤੇ ਚੰਦਰਮਾ। ਸੂਰਜ ਤੇ ਚੰਦਰਮਾ ਸਾਡੇ ਵਾਸਤੇ ਦੀਵੇ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਉੱਥੇ ਦੀਵੇ ਬਣੇ ਹੋਏ ਨੇ, ਸੂਰਜ ਤੇ ਚੰਦਰਮਾ ਇਹ ਦੀਵੇ ਨੇ। ਤਾਰਿਕਾ ਮੰਡਲ ਜਨਕ ਮੋਤੀ, ਜਿਹੜੇ ਤਾਰਿਆਂ ਦਾ ਮੰਡਲ ਹੈ ਨਾ, ਸਮੂਹ ਜਿਹੜੇ ਤਾਰੇ ਨੇ, ਉਹ ਮੋਤੀ, ਹੀਰੇ ਮੋਤੀ ਜਵਾਹਰਾਤ ਨੇ। ਧੂਪ ਮਲ ਆਨ ਲੋ ਪਵਨ ਚਬਰੋ ਕਰੇ। ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਚਨ ਕੀਤੇ ਕਿ ਆਕਾਸ਼ ਮੰਡਲ ਆਕਾਸ਼ਮਈ ਤੋਂ ਸਾਡਾ ਥਾਲ ਹੈ, ਤੇ ਉਹਦੇ ਵਿੱਚ ਤਾਰੇ ਨੇ ਜਿਹੜੇ, ਜੋ ਸੂਰਜ ਤੇ ਚੰਦਰਮਾ, ਇਹ ਦੀਵੇ ਰੱਖੇ ਹੋਏ ਨੇ, ਵੱਡੇ ਆਕਾਰ ਵਾਲੇ ਦੀਵੇ ਰੱਖੇ ਹੋਏ ਨੇ। ਤੇ ਫਿਰ ਜਨਕ ਮੋਤੀ, ਜਿਹੜੇ ਜੋ ਜਿਵੇਂ ਪਾਂਡੇ ਕਹਿਣ ਲੱਗੇ ਕਿ ਸਤਿਗੁਰੂ ਜੀ ਉਹ ਅਸੀਂ ਤਾਂ ਹੀਰੇ ਮੋਤੀ ਜਵਾਹਰਾਤ ਵੀ ਰੱਖੇ ਹੋਏ ਨੇ ਥਾਲ ਦੇ ਵਿੱਚ, ਤੁਹਾਡੇ ਮੋਤੀ ਕਿਹੜੇ ਨੇ? ਸਤਿਗੁਰੂ ਜੀ ਕਹਿੰਦੇ ਨੇ ਤਾਰਿਕਾ ਮੰਡਲ ਜਨਕ ਮੋਤੀ। ਜਿਹੜੇ ਤਾਰੇ ਨੇ ਨਾ, ਤਾਰੇ ਸਮੂਹ ਤਾਰਿਆਂ ਦਾ ਮੰਡਲ ਹੈ, ਸਮੂਹ ਤਾਰੇ ਨੇ ਜਿਹੜੇ ਆਕਾਸ਼ ਦੇ ਵਿੱਚ, ਉਹ ਅਸੀਂ ਮੋਤੀ ਰੱਖੇ ਹੋਏ ਨੇ ਆਕਾਸ਼ ਰੂਪ ਥਾਲ ਦੇ ਵਿੱਚ। ਤੇ ਇਸ ਪ੍ਰਕਾਰ ਇਹ ਕੁਦਰਤੀ ਤੌਰ ਤੇ ਆਰਤੀ ਹੋ ਰਹੀ ਹੈ। ਧੂਪ ਮਲ ਆਨ ਲੋ ਪਵਨ ਚਬਰੋ ਕਰੇ। ਹਾਂਜੀ, ਧੂਪ ਕਿਹੜੀ ਹੈ? ਧੂਪ ਜਗਮਗਾ ਰਹੀ ਹੈ। ਸਤਿਗੁਰੂ ਜੀ ਨੇ ਬਚਨ ਕੀਤੇ ਕਿ ਜਿਹੜੀ ਧੂਪ ਹੈ ਨਾ, ਉਹ ਜਗਮਗਾ ਰਹੀ ਹੈ ਸਦਾ ਵਾਸਤੇ। ਧੂਪ ਮਲ ਆਨ ਲੋ ਪਵਨ ਚਬਰੋ ਕਰੇ। ਤੋ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਧੂਪ ਧੁਖ ਰਹੀ ਹੈ। ਜਿਹੜੀ ਬਨਸਪਤੀ ਹੈ ਨਾ, ਜਿਵੇਂ ਜਿੱਥੇ ਚੰਦਨ ਆਦਿਕ ਪੈਦਾ ਹੁੰਦਾ ਹੈ, ਜਿਵੇਂ ਮਹਾਰਾਸ਼ਟਰ ਤੋਂ ਅੱਗੇ ਲੰਘ ਜਾਈਏ ਤੇ ਰਾਮੇਸ਼ਪੁਰੀ ਰਾਮੇਸ਼ਵਰ ਜੋ ਸ਼ਹਿਰ ਹੈ, ਤੇ ਉਹਦੇ ਨੇੜੇ ਤੇੜੇ ਪਹਾੜੀਆਂ ਨੇ। ਰਾਮੇਸ਼ਵਰ ਸ਼ਹਿਰ ਹੈ ਨਾ ਜਿਹੜਾ, ਉਹਦੇ ਨੇੜੇ ਤੇੜੇ ਪਹਾੜੀਆਂ, ਤੇ ਉਹ ਪਹਾੜੀਆਂ ਦੇ ਉੱਤੇ ਚੰਦਨ ਬਹੁਤ ਜ਼ਿਆਦਾ ਪੈਦਾ ਹੁੰਦਾ ਹੈ। ਉਹ ਜਿਹੜਾ ਚੰਦਨ ਹੈ ਨਾ, ਉਹਦੇ ਵਿੱਚੋਂ ਜਿਹੜੀ ਸੁਗੰਧੀ ਆਉਂਦੀ ਹੈ, ਸਤਿਗੁਰੂ ਜੀ ਬਚਨ ਕਰਨ ਲੱਗੇ ਕਿ ਉਹ ਸਾਡੇ ਵਾਸਤੇ ਧੂਪ ਹੈ। ਤੋ ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਸਤਿਗੁਰੂ ਜੀ ਬਚਨ ਕਰਨ ਲੱਗੇ ਕਿ ਜਿਹੜਾ ਉੱਥੇ ਚੰਦਨ ਹੈ ਨਾ, ਉਹਦੇ ਵਿੱਚੋਂ ਸੁਗੰਧੀ ਆਉਂਦੀ, ਜਿਹੜਾ ਉਹ ਧੂਪ ਧੁਖ ਰਿਹਾ ਹੈ। ਫਿਰ ਇਸੇ ਹੀ ਤਰ੍ਹਾਂ ਜਦੋਂ ਚੇਤ ਦੇ ਦਿਨਾਂ ਦੇ ਵਿੱਚ, ਪੂਰੀ ਗਰਮੀ ਦੇ ਵਿੱਚ ਜਦੋਂ ਹਵਾ ਚੱਲਦੀ ਹੈ, ਤੇ ਜਿਹੜੇ ਉਹ ਚੰਦਨ ਦੇ ਬਾਗ ਨੇ, ਉਹਨਾਂ ਦੇ ਵਿੱਚ ਵਾਂਸ ਵੀ ਨੇ। ਵਾਂਸ ਜਦੋਂ ਘਸਰਦੇ ਨੇ, ਭਿੜਦੇ ਨੇ ਇੱਕ ਦੂਜੇ ਦੇ ਨਾਲ, ਤੇ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ। ਵਾਂਸਾਂ ਨੂੰ ਅੱਗ ਲੱਗ ਕੇ ਸਾਰੇ ਜੰਗਲ ਨੂੰ ਅੱਗ ਲੱਗ ਜਾਂਦੀ, ਚੰਦਨ ਨੂੰ ਵੀ ਅੱਗ ਲੱਗਦੀ ਹੈ। ਫਿਰ ਜਿਹੜਾ ਉਹ ਚੰਦਨ ਦੇ ਵਿੱਚੋਂ ਧੂੰਆਂ ਨਿਕਲਦਾ ਹੈ ਨਾ, ਉਹ ਧੂਪ ਧੁਖ ਰਹੀ ਹੈ।
ਤੇ ਉਹ ਧੂਏਂ ਦੇ ਵਿੱਚੋਂ ਫਿਰ ਸੁਗੰਧੀ ਬਹੁਤੀ ਜ਼ਿਆਦੀ ਆਉਂਦੀ, ਕਿਉਂਕਿ ਸੁਗੰਧੀ ਵਾਲਾ ਚੰਦਨ ਸੜਦਾ ਹੈ ਜਦੋਂ ਬਾਵਨ ਚੰਦਨ ਜਦੋਂ ਸੜਦਾ ਹੈ, ਸੁਗੰਧੀ ਵਾਲਾ ਚੰਦਨ ਸੜਦਾ ਤੇ ਉਹਦੇ ਵਿੱਚੋਂ ਧੂਆਂ ਨਿਕਲਦਾ ਹੈ ਤੇ ਉਹਦੀ ਸੁਗੰਧੀ ਬਹੁਤ ਜ਼ਿਆਦੀ ਉਹ ਨਿਕਲਦੀ ਹੈ। ਤੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਧੂਪ ਧੁਖ ਰਹੀ ਹੈ। ਤੋ ਹਾਂਜੀ, ਸਤਿਗੁਰੂ ਜੀ ਨੇ ਬਚਨ ਕੀਤੇ, ਧੂਪ ਮਲ ਆਨ ਤਾਰਿਕਾ ਮੰਡਲ ਜਨਕ ਮੋਤੀ। ਜੋ ਇਸੇ ਹੀ ਤਰ੍ਹਾਂ ਹਾਂਜੀ ਅੱਗੇ ਵਾਲੀ ਪੰਕਤੀ ਪੜ੍ਹਿਓ। ਸਗਲ ਬਨ ਰਾਏ ਫੂਲ ਅੰਤ ਜੋਤੀ। ਤੇ ਫਿਰ ਜੋ ਪਾਂਡੇ ਕਹਿਣ ਲੱਗੇ ਕਿ ਸਤਿਗੁਰੂ ਜੀ ਅਸੀਂ ਧੂਪ ਵੀ ਧੁਖਾਉਂਦੇ ਹਾਂ, ਤੇ ਚਲੋ ਧੂਪ ਤੁਸੀਂ ਦੱਸ ਦਿੱਤਾ, ਅੱਗੇ ਹੁਣ ਫੁੱਲ ਕਿਹੜੇ ਨੇ? ਤੋ ਸਤਿਗੁਰੂ ਜੀ ਕਹਿਣ ਲੱਗੇ ਕਿ ਧੂਪ ਮਲ ਆਨ ਲੋ ਪਵਨ ਚਵਰੋ ਕਰੇ। ਜਿਹੜਾ ਚੌਰ ਹੈ, ਚੌਰ ਇਹ ਪੌਣ ਚੱਲ ਰਹੀ ਹੈ, ਜਿਹੜੀ ਹਵਾ ਚੱਲ ਰਹੀ ਹੈ, ਤੋ ਇਹ ਚੌਰ ਹੋ ਰਿਹਾ ਹੈ। ਤੇ ਜਿਹੜੇ ਫੁੱਲ ਨੇ, ਸਾਰੀ ਬਨਸਪਤੀ ਜਿਹੜੀ ਜਦੋਂ ਪ੍ਰਫੁੱਲਤ ਹੁੰਦੀ ਹੈ ਨਾ, ਬਨਸਪਤੀ ਜਦੋਂ ਬਹੁਤ ਹੀ ਜ਼ਿਆਦਾ ਪ੍ਰਫੁੱਲਤ ਹੁੰਦੀ, ਮੀਂਹ ਆਦਿਕ ਪੈਣ ਦੇ ਨਾਲ ਬਨਸਪਤੀ ਪ੍ਰਫੁੱਲਤ ਹੁੰਦੀ ਹੈ ਤੇ ਫਿਰ ਬਹੁਤ ਹੀ ਜ਼ਿਆਦਾ ਸੁਗੰਧੀ ਪੈਦਾ ਹੁੰਦੀ ਹੈ। ਉਹ ਫੁੱਲ ਬਨਸਪਤੀ ਕੁਦਰਤੀ ਤੌਰ 'ਤੇ ਆਪ ਹੀ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਅਰਪਣ ਕਰ ਰਹੀ ਹੈ। ਤੋ ਪਵਨ ਚਵਰੋ ਕਰੇ, ਪੌਣ ਜਿਹੜੀ ਚੱਲਦੀ ਉਹ ਹਵਾ ਚੱਲਦੀ ਹੈ, ਜਿਹੜੀ ਜਦੋਂ ਹਵਾ ਚੱਲਣ ਦੇ ਨਾਲ ਰੁੱਖ ਹਿਲਦੇ ਨੇ ਤੇ ਉਹ ਮਾਨੋ ਕਿ ਚੌਰ ਹੈ ਪ੍ਰਮਾਤਮਾ ਵਾਹਿਗੁਰੂ ਜੀ ਦੇ ਉੱਪਰ ਆਪਣੇ ਆਪ ਹੀ ਹੋ ਰਿਹਾ ਹੈ। ਤੇ ਜਿਹੜੀਆਂ ਸੁਗੰਧੀਆਂ ਬਨਸਪਤੀ ਦੇ ਵਿੱਚੋਂ ਸੁਗੰਧੀ ਪੈਦਾ ਹੁੰਦੀ ਹੈ, ਫੁੱਲਾਂ ਦੇ ਵਿੱਚੋਂ, ਬਗੀਚੀਆਂ ਦੇ ਵਿੱਚੋਂ, ਉਹ ਪ੍ਰਮਾਤਮਾ ਵਾਹਿਗੁਰੂ ਜੀ ਦੇ ਅੱਗੇ ਫੁੱਲ ਅਰਪਣ ਕੀਤੇ ਨੇ ਅਸੀਂ। ਕੈਸੀ ਆਰਤੀ ਹੋਏ। ਪੰਡਤਾਂ ਨੂੰ ਕਹਿਣ ਲੱਗੇ ਕਿ ਪੰਡਤੋ ਤੁਹਾਡੀ ਕੈਸੀ ਆਰਤੀ ਹੈ, ਇਹ ਕਿਹੜੀ ਆਰਤੀ ਹੈ ਕਿ ਛੋਟੇ ਦੇ ਥਾਲ ਦੇ ਵਿੱਚ 2-4 ਦੀਵੇ ਰੱਖ ਕੇ, ਜਾਂ ਇਹ ਪੰਡਤ ਲੋਕਾਂ ਦਾ ਹਿੰਦੂ ਮਤ ਦੇ ਵਿੱਚ ਇਹ ਵਿਧਾਨ ਹੈ ਕਿ ਵੱਧ ਤੋਂ ਵੱਧ 100 ਦੀਵਾ ਕੋਈ ਜਗਾ ਸਕਦਾ ਹੈ ਆਰਤੀ ਕਰਨ ਸਮੇਂ। ਤੋ ਸਤਿਗੁਰੂ ਜੀ ਕਹਿਣ ਲੱਗੇ ਕਿ ਥੋੜ੍ਹੇ ਜਿਹੇ ਦੀਵੇ, ਛੋਟਾ ਜਿਹਾ ਥਾਲ, ਤੇ ਫਿਰ ਤੁਹਾਡੇ ਵਿੱਚ ਜੋ ਮੇਨ ਪਾਂਡਾ ਹੋਵੇ ਉਹ ਦੀਵਾ ਜਗਾਉਂਦਾ ਹੈ, ਜੋ ਥਾਲ ਦੇ ਵਿੱਚ ਜਿੰਨੇ ਦੀਵੇ ਹੋਣ ਉਹ ਜਗਾਉਂਦਾ ਹੈ। ਤੋ ਇਸ ਪ੍ਰਕਾਰ ਸਤਿਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਜਿਹੜੀ ਆਰਤੀ ਕਰਦੇ ਹੋ ਇਹ ਕੈਸੀ ਆਰਤੀ ਹੈ, ਇਹ ਤਾਂ ਕੋਈ ਬਹੁਤ ਹੀ ਜ਼ਿਆਦਾ ਮਹਿਣਾ ਨਹੀਂ ਰੱਖਦੀ। ਪ੍ਰਮਾਤਮਾ ਦੀ ਜਿਹੜੀ ਕੁਦਰਤੀ ਤੌਰ 'ਤੇ ਆਰਤੀ ਹੁੰਦੀ ਹੈ ਨਾ, ਉਹਦੇ ਬਰਾਬਰ ਦੇ ਵਿੱਚ ਤਾਂ ਇਹ ਕੋਈ ਮਹਿਣਾ ਨਹੀਂ ਰੱਖਦੀ ਤੁਹਾਡੀ ਕੀਤੀ ਹੋਈ ਆਰਤੀ। ਤੇ ਫਿਰ ਮਨ, ਆਪਣੇ ਮਨਾਂ ਦੇ ਵਿੱਚ ਝਾਤੀ ਮਾਰ ਕੇ ਦੇਖ ਲਓ, ਮਨ ਮਲੀਨ ਨੇ ਤੇ ਤੁਹਾਡੀ ਆਰਤੀ ਕੀਤੀ ਹੋਈ ਕੀ ਕਰੇਗੀ? ਮਨ ਇਕਾਗਰ ਨਹੀਂ ਜਦੋਂ। ਭਵ ਖੰਡਨਾ ਤੇਰੀ ਆਰਤੀ। ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਸਤਿਗੁਰੂ ਜੀ ਉਹ ਕਿਰਪਾ ਕਰਕੇ ਦੱਸੋ ਤੁਸੀਂ ਕੈਸੀ ਆਰਤੀ ਤੁਸੀਂ ਕਿਹੜੀ ਆਰਤੀ ਕਰਦੇ ਹੋ? ਸਤਿਗੁਰੂ ਜੀ ਕਹਿਣ ਲੱਗੇ ਕਿ ਭਾਵ ਖੰਡਨਾ ਤੇਰੀ ਆਰਤੀ। ਉਹ ਕਹਿੰਦੇ ਅਸੀਂ, ਸਤਿਗੁਰੂ ਜੀ ਕਹਿਣ ਲੱਗੇ ਪ੍ਰਮਾਤਮਾ ਨੂੰ ਸਨਮੁਖ ਰੱਖ ਕੇ ਹੀ ਅਸੀਂ ਆਰਤੀ ਕਰਦੇ ਹਾਂ। ਭਾਵ ਖੰਡਨਾ ਤੇਰੀ ਆਰਤੀ, ਭਾਵ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ, ਸੰਸਾਰਕ ਬੰਧਨਾਂ ਨੂੰ ਖੰਡਨ ਕਰਨ ਵਾਲੇ, ਕੱਟਣ ਵਾਲੇ ਪ੍ਰਮਾਤਮਾ ਵਾਹਿਗੁਰੂ ਜੀ ਉਹ ਅਸੀਂ ਆਪ ਜੀ ਦੀ ਆਰਤੀ ਕਰਦੇ ਹਾਂ। ਤੇ ਆਰਤੀ ਕੁਦਰਤੀ ਤੌਰ 'ਤੇ ਹੀ ਆਪ ਜੀ ਦੀ ਹੋ ਰਹੀ ਹੈ। ਕਹਿਣ ਤੋਂ ਭਾਵ ਕਿ ਜਿਹੜਾ ਅਸੀਂ ਨਾਮ ਜਪਦੇ ਹਾਂ, ਭਗਤੀ ਕਰਦੇ ਹਾਂ, ਇਹੋ ਹੀ ਸਾਡੇ ਵਾਸਤੇ ਆਰਤੀ ਹੈ। ਆਰਤੀ ਜੇ ਸੰਧੀ ਸ਼ੇਪ ਕਰਕੇ ਅਰਥ ਕਰੀਏ ਤੇ ਆਰਤੀ, ਜਦੋਂ ਸਾਰਿਆਂ ਪਾਸਿਆਂ ਤੋਂ ਮਨ ਨੂੰ ਹਟਾ ਕੇ ਤੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਚਰਨ ਸਰਨ ਦੇ ਵਿੱਚ, ਪ੍ਰਮਾਤਮਾ ਦੇ ਨਾਮ ਦੇ ਵਿੱਚ ਮਨ ਨੂੰ ਲੀਨ ਕਰਨਾ, ਲਿਆਉਣਾ, ਮਨ ਨੂੰ ਲਿਆ ਕੇ, ਮਨ ਨੂੰ ਰੋਕ ਕੇ ਤੇ ਇੱਕ ਥਾਂ ਤੇ ਟਿਕਾ ਕੇ, ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਟਿਕਾ ਕੇ, ਤੇ ਫਿਰ ਰਤੀ ਭਾਵ ਕੇ ਪ੍ਰਮਾਤਮਾ ਦੇ ਰੰਗ ਦੇ ਵਿੱਚ, ਪ੍ਰਮਾਤਮਾ ਦੇ ਆਨੰਦ ਦੇ ਵਿੱਚ ਮਸਤ ਹੋ ਕੇ ਪ੍ਰਮਾਤਮਾ ਵਾਹਿਗੁਰੂ ਜੀ ਦੀ ਵਡਿਆਈ ਕਰਨੀ, ਇਹ ਹੈ ਆਰਤੀ। ਇਹਨੂੰ ਕਹਿੰਦੇ ਨੇ ਆਰਤੀ। ਭਾਵ ਕਿ ਹਰੇਕ ਪਾਸੇ ਮਨ ਨੂੰ ਰੋਕ ਕੇ ਕਿ ਹੇ ਮੇਰਿਆ ਮਨਾ, ਇੱਧਰ ਨੂੰ ਨਾ ਭੱਜ, ਵਿਸ਼ਿਆਂ ਵੱਲ ਨੂੰ ਨਾ ਭੱਜ, ਵਿਕਾਰਾਂ ਵੱਲ ਨੂੰ ਨਾ ਭੱਜ, ਕਰਮ ਕਾਂਡਾਂ ਤੋਂ ਆਪਣੇ ਮਨ ਨੂੰ ਰੋਕਣਾ
ਤੇ ਫੋਕਟ ਕਰਮਾਂ ਵੱਲੋਂ ਮਨ ਨੂੰ ਰੋਕ ਕੇ ਤੇ ਆ ਮੇਰਿਆ ਮਨਾਂ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਚਿੱਤ ਬਿਰਤੀ ਨੂੰ ਜੋੜ ਕੇ ਤੇ ਫੇਰ ਪਰਮਾਤਮਾ ਵਾਹਿਗੁਰੂ ਜੀ ਦੀ ਆਰਤੀ ਰੱਤੀ ਰੰਗ ਦੇ ਵਿੱਚ ਪਰਮਾਤਮਾ ਦੇ ਰੰਗ ਆਨੰਦ ਦੇ ਵਿੱਚ ਮਸਤ ਹੋ ਕੇ ਪਰਮਾਤਮਾ ਦੀ ਵਡਿਆਈ ਕਰ ਉਸਤਤ ਕਰ ਨਾਮ ਜਪ ਇਹ ਹੈ ਪਰਮਾਤਮਾ ਵਾਹਿਗੁਰੂ ਜੀ ਦੀ ਆਰਤੀ। ਇਹਨੂੰ ਕਹਿੰਦੇ ਨੇ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ। ਤੋ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਪੰਡਤਾਂ ਨੇ ਕਿ ਸਤਿਗੁਰੂ ਜੀ ਉਹ ਜਦੋਂ ਆਰਤੀ ਕਰਦੇ ਆ ਤੇ ਅਸੀਂ ਖੜਤਾਲਾਂ ਵਜਾਉਂਦੇ ਆ ਤੇ ਹੋਰ ਅਨੇਕਾਂ ਤਰ੍ਹਾਂ ਦੇ ਵਾਜੇ ਵੱਜਦੇ ਨੇ ਤੇ ਢੋਲ ਢਮੱਕੇ ਹੁੰਦੇ ਨੇ ਤੋ ਬੜੀ ਧੂਮ ਧਾਮ ਦੇ ਨਾਲ ਅਸੀਂ ਆਰਤੀ ਕਰਦੇ ਹਾਂ। ਤੁਸੀਂ ਕਿਹੜੇ ਸਾਜ਼ ਵਜਾਉਂਦੇ ਹੋ? ਹਾਂਜੀ, ਸਤਿਗੁਰੂ ਜੀ ਕਹਿਣ ਲੱਗੇ ਕਿ ਅਨਹਤਾ ਸ਼ਬਦ ਵਾਜੰਤ ਭੇਰੀ। ਸਤਿਗੁਰੂ ਜੀ ਬਚਨ ਕਰਦੇ ਕਿ ਇੱਥੇ ਇਹ ਭੇਰੀਆਂ ਵੱਜਦੀਆਂ ਨੇ ਜਿਹੜੇ ਸਾਡੇ ਅੰਦਰ ਅਨਹਦ ਵਾਜੇ ਵੱਜਦੇ ਨੇ ਨਾ, ਪ੍ਰਮਾਤਮਾ ਦੇ ਨਾਮ ਦੇ ਵਾਜੇ ਵੱਜਦੇ ਨੇ, ਉਹ ਹੀ ਸਾਡੇ ਵਾਸਤੇ ਭੇਰੀਆਂ ਵੱਜਦੀਆਂ ਨੇ। ਜਿਵੇਂ ਜੋਗੀ ਆਦਿਕ ਜਦੋਂ ਆ ਕੇ ਠਾਕੁਰ ਦੇ ਅੱਗੇ ਮੱਥਾ ਟੇਕਣ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਵੀ ਆ ਕੇ ਕਦੇ ਜੋਗੀ ਕੋਈ ਮੱਥਾ ਟੇਕੇ ਤੋ ਇੱਕ ਸਿੰਗੀ ਜੀ ਵਜਾਉਂਦਾ ਹੁੰਦਾ ਹੈ। ਤੋ ਪਹਿਲਾਂ ਮਿੱਟੀ ਦੀ ਬਣੀ ਹੁੰਦੀ ਸੀ, ਅੱਜ ਦੇ ਸਮੇਂ ਜੋ ਉਹ ਲੱਕੜ ਦੀ ਵੀ ਤੇ ਕਈਆਂ ਦੇ ਪਾਸ ਲੋਹੇ ਦੀ ਵੀ ਹੁੰਦੀ। ਪਹਿਲੇ ਸਮਿਆਂ ਦੇ ਵਿੱਚ ਮਿੱਟੀ ਦੀ ਹੁੰਦੀ ਸੀ, ਸਿੰਗੀ ਜੀ ਵਜਾਉਂਦੇ ਹੁੰਦੇ ਸੀ। ਤੋ ਇਸੇ ਹੀ ਤਰ੍ਹਾਂ ਉਹ ਪੰਡਤ ਕਹਿੰਦੇ ਨੇ ਕਿ ਸਤਿਗੁਰੂ ਜੀ ਉਹ ਆਰਤੀ ਕਰਨ ਲੱਗਿਆਂ ਅਸੀਂ ਭੇਰੀਆਂ ਵਜਾਉਂਦੇ ਆ, ਸ਼ਹਿਨਾਈਆਂ ਵਜਾਉਂਦੇ ਆ, ਖੜਤਾਲਾਂ ਵਜਾਉਂਦੇ ਆ ਤੇ ਤੁਸੀਂ ਕਿਹੜੇ ਵਾਜੇ ਵਜਾਉਂਦੇ ਹੋ? ਸਤਿਗੁਰੂ ਜੀ ਨੇ ਬਚਨ ਕੀਤੇ। ਹਾਂਜੀ, ਫਿਰ ਦੁਬਾਰਾ ਅਨਹਤਾ ਸ਼ਬਦ ਵਾਜੰਤ ਭੇਰੀ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਸਾਡੇ ਵਾਸਤੇ ਇਹੋ ਹੀ ਭੇਰੀਆਂ ਵੱਜਦੀਆਂ ਨੇ ਜਿਹੜੇ ਅਨਹਦ ਸ਼ਬਦ ਵੱਜਦੇ ਨੇ ਨਾ, ਪਰਮਾਤਮਾ ਦੇ ਨਾਮ ਦੇ ਵਾਜੇ ਵੱਜਦੇ ਨੇ। ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਜੀ ਦੇ ਨਾਮ ਦੀ ਆਵਾਜ਼ ਆਉਂਦੀ ਹੈ, ਇਹੋ ਹੀ ਸਾਡੀ ਭੇਰੀ ਵੱਜਦੀ ਹੈ। ਰਹਾਉ ਅਨਹਤਾ ਹੱਦ ਬੰਨੇ ਤੋਂ ਰਹਿਤ ਹੈ, ਭਾਵ ਕਿ ਤੁਹਾਡੇ ਜਿਹੜੇ ਵਾਜੇ ਵੱਜਦੇ ਨੇ ਨਾ, ਤੁਸੀਂ ਜਿਹੜੀਆਂ ਖੜਤਾਲਾਂ ਵਜਾਉਂਦੇ ਸਾਜ਼ ਵਜਾਉਂਦੇ ਹੋ, ਜਿੰਨਾ ਸਮਾਂ ਆਰਤੀ ਕਰਦੇ ਓਨਾ ਸਮਾਂ ਹੀ ਵੱਜਦੇ ਨੇ, ਪਰ ਸਾਡੇ ਅੰਦਰ ਜਿਹੜੇ ਨਾਮ ਦੇ ਵਾਜੇ ਵੱਜਦੇ ਨੇ ਨਾ, ਉਹ ਹੱਦ ਬੰਨੇ ਤੋਂ ਰਹਿਤ ਨੇ, ਉਹਨਾਂ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸਾਡੇ ਹਿਰਦੇ ਦੇ ਵਿੱਚ ਵੀ ਰੋਮ ਰੋਮ ਦੇ ਵਿੱਚੋਂ ਵੀ ਪਰਮਾਤਮਾ ਦੇ ਨਾਮ ਦੀ ਆਵਾਜ਼ ਆਉਂਦੀ ਹੈ। ਤੋ ਫਿਰ ਇਸੇ ਹੀ ਤਰ੍ਹਾਂ ਜਿਹੜੀ ਬਨਸਪਤੀ ਹੈ, ਹਵਾ ਚੱਲਦੀ ਹੈ ਤੇ ਜਾਂ ਬਾਹਰੀ ਤੌਰ ਤੇ ਜੋ ਵੀ ਦਿਖਾਈ ਦਿੰਦਾ ਹੈ ਨਾ, ਕਹਿਣ ਤੋਂ ਭਾਵ ਕਿ ਪੱਤੇ ਦੇ ਵਿੱਚੋਂ ਸਾਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਨੇ ਤੇ ਪਰਮਾਤਮਾ ਦੇ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ ਸਾਨੂੰ। ਇਹ ਅਨਹਦ ਸ਼ਬਦ ਵੱਜ ਰਹੇ ਨੇ ਤੇ ਇਹ ਸ਼ਬਦ ਕਦੇ ਵਾਸਤੇ ਬੰਦ ਨਹੀਂ ਹੁੰਦੇ, ਕਦੇ ਵਾਸਤੇ ਰੁਕਦੇ ਨਹੀਂ, ਇਹ ਚੱਲਦੇ ਹੀ ਰਹਿੰਦੇ ਨੇ ਸਦਾ ਵਾਸਤੇ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਨੇ। ਸਹਸ ਤਬ ਨੈਣ ਨੰਦ ਨੈਣ ਹੈ ਤੋਹਿ ਕਾ। ਹੇ ਪਰਮਾਤਮਾ ਵਾਹਿਗੁਰੂ ਜੀਓ, ਸਰਗੁਣ ਸਰੂਪ ਦੇ ਵਿੱਚ ਆਪ ਜੀ ਦੇ ਹਜ਼ਾਰਾਂ ਨੇਤਰ ਨੇ ਤੇ ਨਿਰਗੁਣ ਸਰੂਪ ਦੇ ਵਿੱਚ ਆਪ ਜੀ ਦਾ ਇੱਕ ਵੀ ਨੇਤਰ ਨਹੀਂ ਹੈ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਾਉ, ਤੇ ਨਿਰਗੁਣ ਨੈਣ ਹੈ ਤੋਹੇ ਕਾਉ, ਇਹ ਆਪ ਜੀ ਦਾ ਇੱਕ ਵੀ ਨੇਤਰ ਨਹੀਂ ਹੈ ਨਿਰਗੁਣ ਸਰੂਪ ਦੇ ਵਿੱਚ। ਸਹਸ ਮੂਰਤ ਨਨਾ ਏਕ ਤੋਹੀ। ਹਾਂਜੀ, ਸਰਗੁਣ ਸਰੂਪ ਦੇ ਵਿੱਚ ਆਪ ਜੀ ਦੇ ਹਜ਼ਾਰਾਂ ਮੂਰਤੀਆਂ ਨੇ ਤੇ ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਮੂਰਤੀ ਨਹੀਂ ਹੈ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ। हे ਪ੍ਰਮਾਤਮਾ ਵਾਹਿਗੁਰੂ ਜੀਓ, ਆਪ ਜੀ ਦੇ ਹਜ਼ਾਰਾਂ ਹੀ ਜੋ ਬਿਮਲ ਭਾਵ ਕੇ ਪਵਿੱਤਰ ਚਰਨ ਨੇ। ਸਹਸ ਪਾਦ ਬਿਮਲ ਨਨ ਏਕ ਪਾਦ ਗੰਧ ਬਿਨ। ਤੋ ਇਦਾਂ ਹੀ ਸੀ। ਤੋ ਆਪ ਜੀ ਦੇ ਹਜ਼ਾਰਾਂ ਹੀ ਚਰਨ ਨੇ ਤੇ ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਚਰਨ ਨਹੀਂ ਹੈ। ਤੇ ਫਿਰ ਗੰਧ ਕਹਿੰਦੇ ਨੇ ਸੁਗੰਧੀ ਰਹਿਣ ਵਾਲੀ ਜੋ ਨਾਸਕਾਂ ਨੇ, ਜਿਹੜੀਆਂ ਜੋ ਸਰਗੁਣ ਸਰੂਪ ਦੇ ਵਿੱਚ ਹਜ਼ਾਰਾਂ ਨਾਸਕਾਂ ਨੇ ਤੇ ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਨਹੀਂ ਹੈ। ਸਹਸ ਤਵ ਗੰਧ ਇਵ ਚਲਤ ਮੋਹੀ। ਹਾਂਜੀ, हे ਪ੍ਰਮਾਤਮਾ ਵਾਹਿਗੁਰੂ ਜੀਓ, ਆਪ ਜੀ ਦੇ
ਹਜ਼ਾਰਾਂ ਹੀ ਜੋ ਨਾਸਕਾਂ ਹਨ, ਘਰਾਣ ਨਾਸਕਾਂ ਹਨ, ਤੇ ਨਿਰਗੁਣ ਸਰੂਪ ਦੇ ਵਿੱਚ ਇੱਕ ਵੀ ਨਹੀਂ ਹੈ। ਹੇ ਪ੍ਰਮਾਤਮਾ ਵਾਹਿਗੁਰੂ ਜੀ, ਉਹ ਚਲਤ ਮੋਹੀ ਆਪ ਜੀ ਦੇ ਜਿਹੜੇ ਚਰਿੱਤਰ ਨੇ ਨਾ, ਕੌਤਕ ਨੇ, ਇਹਨਾਂ ਨੂੰ ਦੇਖ ਕੇ ਤੇ ਮੇਰਾ ਮਨ ਮੋਹਿਤ ਹੋ ਗਿਆ ਹੈ। ਆਪ ਜੀ ਦਾ ਸਰੂਪ ਐਸਾ ਹੈ, ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ। ਸਭ ਮਹਿ ਜੋਤ ਜੋਤ ਹੈ ਸੋਏ। ਹੇ ਪ੍ਰਮਾਤਮਾ ਵਾਹਿਗੁਰੂ ਜੀ, ਉਹ ਤੋ ਜੋ ਜਿਹੜੇ ਪੰਡਿਤ ਸਨ ਉਹਨਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਉਹ ਇੱਕ ਜੋਤ ਅਸੀਂ ਮੁੱਖ ਰੱਖਦੇ ਹਾਂ, ਮੁਖੀ ਤੌਰ ਤੇ ਇੱਕ ਜੋਤ ਜਿਹੜੀ ਜਗਦੀ ਰਹਿੰਦੀ ਆ। ਉਹ ਜੋਤ ਕਿਹੜੀ ਹੈ? ਉਹ ਜੋਤ ਦੇ ਬਾਰੇ ਵੀ ਸਾਨੂੰ ਦੱਸੋ। ਹਾਂਜੀ, ਸਤਿਗੁਰੂ ਜੀ ਨੇ ਦੱਸਿਆ, ਫੇਰ ਪੜ੍ਹੋ। ਸਭ ਮਹਿ ਜੋਤ ਜੋਤ ਹੈ ਸੋਏ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹੜੀ ਅਖੰਡ ਜੋਤ ਹੈ ਨਾ, ਉਹ ਸਾਰੇ ਜੀਵਾਂ ਦੇ ਵਿੱਚ, ਪ੍ਰਕਿਰਤੀ ਦੇ ਵਿੱਚ ਜਿੰਨੇ ਜੀਵ ਨੇ ਸਾਰਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਜਗਮਗ ਜਗ ਰਹੀ ਹੈ, ਤੇ ਉਹ ਸਾਰਿਆਂ ਦੇ ਵਿੱਚ ਹੈ, ਅਤੇ ਉਹ ਅਖੰਡ ਜੋਤ ਹੈ, ਸਦਾ ਰਹਿਣ ਵਾਲੀ ਹੈ। ਸਦਾ ਹੀ ਪ੍ਰਮਾਤਮਾ ਵਾਹਿਗੁਰੂ ਜੀ ਦੀ ਜੋਤ ਜਗਦੀ ਹੈ। ਤਿਸ ਕੈ ਚਾਨਣ ਸਭ ਮਹਿ ਚਾਨਣ ਹੋਏ। ਉਹ ਜੋਤ ਐਸੀ ਹੈ, ਉਹ ਅਖੰਡ ਜੋਤ ਐਸੀ ਹੈ, ਸਦਾ ਵਾਸਤੇ ਜਗਦੀ ਰਹਿਣ ਵਾਲੀ, ਤੇ ਉਹਦੇ ਚਾਨਣ ਸਾਰਿਆਂ ਦੇ ਵਿੱਚ ਹੋ ਰਹੇ ਨੇ। ਬ੍ਰਹਮੰਡਾਂ ਦੇ ਵਿੱਚ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕੋ ਦਾਤਾਰੇ, ਪ੍ਰਤਿਪਾਲੈ ਨਿਤਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਤੋ ਕਰੋੜਾਂ ਬ੍ਰਹਮੰਡਾਂ ਦੇ ਵਿੱਚ ਉਸੇ ਜੋਤ ਦੇ ਚਾਨਣ ਹੋ ਰਹੇ ਨੇ। ਗੁਰ ਸਾਖੀ ਜੋਤ ਪ੍ਰਗਟ ਹੋਏ। ਹਾਂਜੀ ਸਤਿਗੁਰੂ ਜੀ, ਉਹ ਕਿਰਪਾ ਕਰਕੇ ਦੱਸੋ ਕਿ ਉਹ ਜੋਤ ਪ੍ਰਗਟ ਕਿਵੇਂ ਹੁੰਦੀ ਹੈ, ਜਗਦੀ ਕਿਵੇਂ ਹੈ ਜੋਤ। ਤੋ ਸਤਿਗੁਰੂ ਜੀ ਕਹਿਣ ਲੱਗੇ, ਪੰਡਤ ਕਹਿਣ ਲੱਗੇ, ਸਾਡੇ ਵਿੱਚ ਤਾਂ ਮੇਨ ਪਾਂਡਾ ਜਗਾਉਂਦਾ ਹੈ ਜੋਤ, ਤੇ ਤੁਹਾਡੇ ਵਿੱਚ ਕਿਵੇਂ ਪ੍ਰਗਟ ਹੁੰਦੀ ਹੈ ਉਹ ਜੋਤ। ਸਤਿਗੁਰੂ ਜੀ ਕਹਿਣ ਲੱਗੇ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੇ ਗੁਰੂ ਕਾ ਸਿੱਖ ਗੁਰੂ ਕੀ ਸਿੱਖਿਆ ਧਾਰਨ ਕਰ ਲਵੇ, ਗੁਰੂ ਕੀ ਸਿੱਖਿਆ ਨੂੰ ਹਿਰਦੇ ਦੇ ਵਿੱਚ ਵਸਾ ਲਵੇ, ਗੁਰੂ ਕੇ ਸ਼ਬਦ ਦੇ ਵਿੱਚ ਚਿੱਤ ਬਿਰਤੀ ਜੋੜ ਲਵੇ, ਗੁਰੂ ਕੇ ਉਪਦੇਸ਼ ਨੂੰ ਮੰਨ ਲਵੇ, ਤੇ ਫਿਰ ਉਹ ਜੋਤ ਜਿਹੜੀ ਹੈ ਨਾ, ਉਹ ਅੰਦਰ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦੀ। ਐਸੀ ਜੋਤ ਪ੍ਰਗਟ ਹੁੰਦੀ ਹੈ ਕਿ ਕਦੇ ਵਾਸਤੇ ਵੀ ਬੁਝਦੀ ਨਹੀਂ। ਉਹ ਫਿਰ ਅਖੰਡ ਜੋਤ ਜਗ ਪੈਂਦੀ ਹੈ। ਜੋ ਜਿਵੇਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਗਿਆਨ ਦੀ ਜੋਤ ਜਗ ਪੈਂਦੀ ਹੈ, ਤੇ ਫਿਰ ਉਹ ਸਦਾ ਵਾਸਤੇ ਜਗਦੀ ਰਹਿੰਦੀ ਹੈ। ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ, ਤੇ ਜਿਹੜੇ ਮਿਲ ਪੈਂਦੇ ਨੇ ਨਾ ਪ੍ਰਮਾਤਮਾ ਦੇ ਨਾਲ, ਨਾਨਕ ਗੁਰਮੁਖ ਮਿਲ ਰਹੇ, ਫਿਰ ਵਿਛੋੜਾ ਕਦੇ ਨਾ ਹੋਏ। ਉਹਨਾਂ ਦਾ ਵਿਛੋੜਾ ਕਦੇ ਨਹੀਂ ਹੁੰਦਾ, ਸਦਾ ਵਾਸਤੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜੋਤੀ ਸਰੂਪ ਪ੍ਰਮਾਤਮਾ ਦੇ ਨਾਲ ਉਹਨਾਂ ਦੀ ਜੋਤ ਸਮਾ ਜਾਂਦੀ, ਇੱਕ ਮਿਕ ਹੋ ਜਾਂਦੇ ਨੇ। ਜੋ ਤਿਸ ਭਾਵੈ ਸੋ ਆਰਤੀ ਹੋਏ। ਜੋ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਭਾਵੇ, ਉਹ ਹੀ ਆਰਤੀ ਹੁੰਦੀ ਹੈ। ਜਿਹੜੀ ਆਰਤੀ, ਜਿਹੜੀ ਭਗਤੀ ਜੀਵ ਦੀ ਪ੍ਰਮਾਤਮਾ ਨੂੰ ਚੰਗੀ ਲੱਗ ਜਾਵੇ, ਤੋ ਰਤ ਪ੍ਰੀਤੀ ਦੇ ਸਹਿਤ ਜਿਹੜੀ ਭਗਤੀ ਕੀਤੀ ਜਾਵੇ, ਉਹ ਆਰਤੀ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਭਾ ਜਾਵੇ, ਚੰਗੀ ਲੱਗੇ, ਤੇ ਉਹ ਹੀ ਆਰਤੀ ਹੁੰਦੀ ਹੈ। ਜਿਵੇਂ ਸਤਿਗੁਰੂ ਜੀ ਨੇ ਬਚਨ ਕਹੇ ਕਿ ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰੂ ਕਾ ਮਨ ਮੰਨੇ। ਉਹ ਸੇਵਾ ਕੀਤੀ ਹੋਈ ਸਫਲ ਹੈ, ਉਹਨੂੰ ਸੇਵਾ ਕਹਿੰਦੇ ਨੇ। ਜਿਹੜੀ ਸੇਵਾ ਦੇ ਉੱਤੇ ਸਤਿਗੁਰੂ ਜੀ ਦਾ ਮਨ ਮੰਨ ਜਾਵੇ, ਪ੍ਰਸੰਨ ਹੋ ਜਾਵੇ, ਉਹ ਆਰਤੀ ਰੱਤੀ ਪ੍ਰੀਤੀ ਦੇ ਨਾਲ ਆਰਤੀ ਕੀਤੀ ਹੋਈ ਉਹ ਸਫਲੀ ਹੈ, ਜਿਹੜੀ ਪ੍ਰਮਾਤਮਾ ਨੂੰ ਭਾ ਜਾਵੇ, ਚੰਗੀ ਲੱਗੇ, ਜਿਸ ਕਰਕੇ ਪ੍ਰਮਾਤਮਾ ਖੁਸ਼ ਹੋ ਜਾਵੇ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਕਿ ਸਤਿਗੁਰੂ ਜੀ, ਉਹ ਅਸੀਂ ਤਾਂ ਅਨੇਕਾਂ ਹੀ ਸੁਗੰਧੀਆਂ ਛਿੜਕਦੇ ਹਾਂ। ਜਦੋਂ ਆਰਤੀ ਕਰਨੀ ਹੋਵੇ ਉਸ ਸਮੇਂ ਅਨੇਕਾਂ ਹੀ ਸੁਗੰਧੀਆਂ ਛਿੜਕਦੇ ਹਾਂ। ਤੋ ਸਤਿਗੁਰੂ ਜੀ ਕਹਿਣ ਲੱਗੇ ਕਿ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ। ਜਿਹੜਾ ਮੇਰਾ ਮਨ ਹੈ ਨਾ, ਪ੍ਰਮਾਤਮਾ ਦੇ ਚਰਨਾਂ ਕਮਲਾਂ ਦੇ ਉੱਤੇ ਮਸਤ ਹੋ ਰਿਹਾ ਹੈ। ਪ੍ਰਮਾਤਮਾ ਦੇ, ਸਾਨੂੰ ਪ੍ਰਮਾਤਮਾ ਦੇ ਚਰਨਾਂ ਕਮਲਾਂ ਦੇ ਵਿੱਚੋਂ ਹੀ ਇੰਨੀ ਸੁਗੰਧੀ ਆਉਂਦੀ ਹੈ ਕਿ ਉਹ ਸਾਡਾ ਮਨ ਪ੍ਰਮਾਤਮਾ ਦੇ ਨਾਮ ਰੂਪ ਚਰਨਾਂ ਕਮਲਾਂ ਦੇ ਉੱਤੇ
ਮੋਹਿਤ ਹੋ ਰਿਹਾ ਹੈ, ਮਸਤ ਹੋ ਰਿਹਾ ਹੈ ਸਾਡਾ ਮਨ। ਅਨ ਦਿਨੋ ਮੋਹ ਆਹੀ ਪਿਆਸਾ। ਭਾਵੇਂ ਰਾਤ ਦਿਨ ਪ੍ਰਮਾਤਮਾ ਦੀ ਬੰਦਗੀ ਕਰਦੇ ਹਾਂ, ਰਾਤ ਦਿਨ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ, ਪਰ ਫਿਰ ਵੀ ਸਾਡੇ ਹਿਰਦੇ ਦੇ ਵਿੱਚ ਆਨ ਦਿਨੋਂ ਰਾਤ ਦਿਨ ਹੋਰ ਪਿਆਸ ਜਾਗਦੀ ਹੈ, ਹੋਰ ਇੱਛਾ ਜਾਗਦੀ ਹੈ ਕਿ ਹੋਰ ਨਾਮ ਜਪੀਏ ਪ੍ਰਮਾਤਮਾ ਦਾ। ਪ੍ਰਮਾਤਮਾ ਦਾ ਨਾਮ ਐਸਾ ਆਖਾਂ ਜੀਵਾਂ ਵਿਸਰੈ ਮਰ ਜਾਓ। ਜੇ ਆਖੀਏ ਤਾਂ ਜੀਵਨ ਹੈ, ਜੇ ਵਿਸਰ ਜਾਵੇ ਤਾਂ ਮਰਨਾ ਹੁੰਦਾ ਹੈ ਸਾਡਾ। ਐਸਾ ਪਿਆਰ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ। ਕਿਰਪਾ ਜਲ ਦੇਹ ਨਾਨਕ ਸਾਰੰਗ ਕਾਉ। ਭਾਵੇਂ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ, ਚਰਨਾਂ ਦੇ ਭੌਰੇ ਆ ਅਸੀਂ, ਪਰ ਫਿਰ ਵੀ ਸਤਿਗੁਰੂ ਜੀ ਕਹਿੰਦੇ ਅਸੀਂ ਇਹੋ ਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾਉ। ਹੇ ਪ੍ਰਮਾਤਮਾ ਵਾਹਿਗੁਰੂ ਜੀਓ, ਅਸੀਂ ਤੂੰ ਸਮੁੰਦਰ ਹੈ ਤੇ ਅਸੀਂ ਤੇਰੇ ਕੰਢੇ ਤੇ ਵਾਸਾ ਕਰਨ ਵਾਲੇ ਬਬੀਹੇ ਹਾਂ, ਤੇ ਸਾਡੀ ਝੋਲੀ ਦੇ ਵਿੱਚ ਨਾਮ ਰੂਪ ਸਵੰਤੀ ਬੂੰਦ ਪਾ ਦੇਣਾ ਕਰੋ ਜੀ। ਕਿਰਪਾ ਜਲ ਦੇਹ ਨਾਨਕ ਸਾਰਿੰਗ ਕਾਉ। ਮੈਂ ਬਬੀਹਾ ਹਾਂ, ਸਾਰਿੰਗ ਬਬੀਹਾ ਹਾਂ, ਤੇ ਪ੍ਰਮਾਤਮਾ ਵਾਹਿਗੁਰੂ ਜੀਓ ਕਿਰਪਾ ਰੂਪ ਜਲ ਦਿਓ, ਭਾਵ ਕਿ ਕਿਰਪਾ ਕਰਕੇ ਮੇਰੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ ਜੀ। ਹੋਏ ਜਾਤੇ ਤੇਰੇ ਨਾਮ ਵਾਸਾ। ਹੇ ਸਤਿਗੁਰੂ ਜੀਓ, ਇਹ ਕਿਰਪਾ ਕਰੋ ਕਿ ਕਿਰਪਾ ਕਰਕੇ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾ ਦਿਓ। ਹੋਏ ਜਾਤੇ ਤੇਰਾ ਨਾਮ ਵਾਸਾ, ਤੋ ਆਪ ਜੀ ਦੇ ਨਾਮ ਦੇ ਵਿੱਚ ਹੀ ਨਿਵਾਸ ਹੋਵੇ, ਆਪ ਜੀ ਦਾ ਨਾਮ ਕਦੇ ਵਾਸਤੇ ਭੁੱਲੇ ਨਾ। ਇਹ ਕਿਰਪਾ ਕਰੋ ਜੀ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਅਖੀਰ ਦੇ ਵਿੱਚ ਜਾ ਕੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਉੱਪਰ ਹੀ ਗੱਲ ਨਿਬੜਦੀ ਹੈ। ਜਾਂ ਸਤਿਗੁਰੂ ਜੀ ਕਈ ਵਾਰ ਰਹਾਉ ਦੀ ਪੰਕਤੀ ਦੇ ਵਿੱਚ ਵੀ ਸਿਧਾਂਤ ਪੇਸ਼ ਕਰਦਿਆਂ ਹੋਇਆਂ, ਸਿਧਾਂਤ ਜੋ ਬਖਸ਼ਦਿਆਂ ਹੋਇਆਂ, ਸ਼ਬਦ ਦਾ ਨਿਚੋੜ ਬਖਸ਼ਦਿਆਂ ਹੋਇਆਂ, ਜੋ ਰਹਾਉ ਦੀ ਪੰਕਤੀ ਦੇ ਵਿੱਚ ਵੀ ਨਾਮ ਦੀ ਗੱਲ ਕਰਦੇ ਨੇ। ਕਹਿਣ ਤੋਂ ਭਾਵ ਕਿ ਸਭ ਤੋਂ ਉੱਤਮ ਸ੍ਰੇਸ਼ਟ ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੈ। ਜਿਨ੍ਹਾਂ ਨੇ ਨਾਮ ਜਪਿਆ ਨਾ, ਉਹਨਾਂ ਦੀ ਝੋਲੀ ਦੇ ਵਿੱਚ ਸਾਰੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਪਾ ਦਿੰਦੇ ਨੇ ਕਿਰਪਾ ਕਰਕੇ। ਅਸੀਂ ਵੀ ਬੇਨਤੀ ਕਰੀਏ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਦੋਹਰਾ ਇਸ ਪ੍ਰਕਾਰ ਕੀ ਆਰਤੀ ਨਿਤ ਉਤਾਰ ਕਰਤਾਰ। ਸਤਿਗੁਰੂ ਜੀ ਬਚਨ ਕਰਨ ਲੱਗੇ ਕਿ ਪੰਡਤ ਜਨੋ, ਇਸ ਪ੍ਰਕਾਰ ਦੀ ਜਿਹੜੀ ਆਰਤੀ ਹੈ ਨਾ, ਪ੍ਰੀਤੀ ਦੇ ਸਹਿਤ, ਪਿਆਰ ਦੇ ਸਹਿਤ, ਭਾਵਨਾ ਦੇ ਸਹਿਤ ਉਤਾਰਨਾ ਕਰੋ। ਤੋ ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਆਰਤੀ ਵਡਿਆਈ ਕਰੋ, ਉਸਤਤ ਕਰੋ। ਮਨ ਕੋ ਰੋਕ ਜੋ ਕਰਤ ਇਉ, ਫਿਰ ਨਾ ਪਾਏ ਸੰਸਾਰ। ਹਾਂਜੀ, ਜਿਹੜੇ ਮਨ ਨੂੰ ਰੋਕ ਕੇ ਐਵੇਂ ਆਰਤੀ ਕਰਦੇ ਨੇ ਨਾ, ਉਹ ਸੰਸਾਰ ਦੇ ਵਿੱਚ ਫੇਰ ਦੁਬਾਰਾ ਨਹੀਂ ਉਹਨਾਂ ਨੂੰ ਆਉਣਾ ਪੈਂਦਾ, ਜਨਮ ਮਰਨ ਦੇ ਚੱਕਰ ਦੇ ਵਿੱਚ ਨਹੀਂ ਪੈਂਦੇ ਉਹ। ਚੌਪਈ ਸੁਨ ਕਰ ਪੰਡੇ ਬੰਧਨ ਕਰਹੀ। ਜਦੋਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਭਾਈਮਾਨ ਮੁਖਾਰਬਿੰਦ ਤੋਂ ਇਹ ਬਚਨ ਸੁਣੇ ਤੇ ਪਾਂਡੇ ਨਮਸਕਾਰਾਂ ਕਰਨ ਲੱਗੇ ਨੇ। ਮਹਾਪੁਰਖ ਇਹ ਬਚਨ ਉਚਰਹੀ। ਇਹ ਮਹਾਪੁਰਖ ਹਨ ਅਤੇ ਬੜੇ ਮਹਾਨ ਬਚਨ ਉਚਾਰਨ ਕਰਦੇ ਨੇ, ਜਿਹੜੇ ਬਚਨ ਜੋ ਅਸੀਂ ਸੰਪੂਰਨ ਤੌਰ ਤੇ ਜਾਣ ਹੀ ਨਹੀਂ ਸਕਦੇ। ਐਸੇ ਉੱਚੇ ਸੁੱਚੇ ਬਚਨ ਉਚਾਰਨ ਕੀਤੇ ਸਤਿਗੁਰੂ ਜੀ ਨੇ। ਇਹ ਸਤ ਸਭ ਇਨ ਕੋ ਕਹਿਨੋ। ਇਹਨਾਂ ਦੇ ਜਿਹੜੇ ਕਹੇ ਹੋਏ ਬਚਨ ਨੇ ਨਾ, ਉਹ ਸਤ ਨੇ, ਸ੍ਰੇਸ਼ਟ ਨੇ, ਉੱਤਮ ਹਨ, ਕਹੇ ਨਹੀਂ ਜਾ ਸਕਦੇ। ਉਹਨਾਂ ਦੀ ਵਡਿਆਈ ਮਨ ਇਸ ਸਥਿਰ ਇੱਕ ਛਿਨ ਨਹਿ ਰਹਿਨੋ। ਤੋ ਜਿਨ੍ਹਾਂ ਦਾ ਮਨ ਇੱਕ ਛਿਨ ਮਾਤਰ ਵੀ ਅਸਥਿਰ ਨਾ ਰਹਿੰਦਾ ਹੋਵੇ। ਦੋਏ ਦਿਵਸ ਤਹਿ ਰਾਖਿਓ ਡੇਰਾ। ਪੰਕਤੀ ਕਿਦਾਂ? ਮਨ ਇਸ ਸਥਿਰ ਇੱਕ ਛਿਨ ਨਹਿ ਰਹਿਨੋ। ਉੱਪਰ ਵਾਲੀ ਪੰਕਤੀ ਪਹਿਲਾਂ ਹੈ ਸਤ ਸਭ ਇਨ ਕੋ ਕਹਿਨੋ। ਹਾਂਜੀ, ਇਹਨਾਂ ਦੇ ਬਚਨ ਕਹੇ ਹੋਏ ਸੱਚੇ ਨੇ, ਕਿਉਂਕਿ ਸਾਡਾ ਮਨ ਇੱਕ ਛਿਨ ਮਾਤਰ ਵੀ ਅਸਥਿਰ ਨਹੀਂ ਰਹਿੰਦਾ, ਟਿਕਿਆ ਨਹੀਂ ਰਹਿੰਦਾ। ਜੋ ਸਤਿਗੁਰੂ ਜੀ ਨੇ ਬਚਨ ਪਾਂਡੇ ਮੰਨ ਗਏ ਨੇ ਕਿ ਵਾਕਈ ਜੋ ਸਤਿਗੁਰੂ ਜੀ ਨੇ ਬਚਨ ਕਹੇ ਨੇ ਕਿ ਆਰਤੀ ਥਾਲ ਘਮਾਉਂਦੇ ਹੋ, ਜੋ 4-5 ਵਾਰੀ ਥਾਲ ਮੂੰਹ ਦੇ ਕੋਲ ਘਮਾਉਣਾ, ਫਿਰ ਜੋ ਮੂਰਤੀ ਦੇ ਜੋ ਪੇਟ ਦੇ ਕੋਲ ਘਮਾਉਣਾ, ਚਰਨਾਂ ਦੇ ਕੋਲ,
ਤੇ ਫਿਰ ਸਾਰੀ ਮੂਰਤੀ ਦੇ ਦੁਆਲੇ ਥਾਲ ਨੂੰ ਘੁਮਾਉਣਾ ਤੇ ਉਵੇਂ ਹੀ ਪੰਡਤਾਂ ਨੂੰ ਕਹਿਣ ਲੱਗੇ ਕਿ ਤੁਹਾਡੇ ਮਨ ਭੱਜੇ ਫਿਰਦੇ ਨੇ। ਸਤਿਗੁਰੂ ਜੀ ਨੇ ਜਦੋਂ ਬਚਨ ਕਹੇ ਤੇ ਪੰਡਤ ਮੰਨ ਗਏ ਕਿ ਆਰਤੀ ਅਸੀਂ ਕਰਦੇ ਹਾਂ, ਪਰ ਰਤ ਪ੍ਰੀਤੀ ਨਹੀਂ ਹੈ ਸਾਡੇ ਹਿਰਦੇ ਦੇ ਵਿੱਚ, ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਮਨ ਨਹੀਂ ਹੈ। ਮਨ ਇੱਕ ਛਿਨ ਮਾਤਰ ਵੀ ਅਸਤਰ ਨਹੀਂ ਰਹਿੰਦਾ ਸਾਡਾ। 2 ਦਿਵਸ ਤਹਿ ਰਾਖਿਓ ਡੇਰਾ। 2 ਦਿਨ ਸਤਿਗੁਰੂ ਜੀ ਨੇ ਜਗਨਨਾਥਪੁਰੀ ਦੇ ਵਿੱਚ ਡੇਰਾ ਰੱਖਿਆ ਹੈ। ਮੰਗੂ ਮੱਠ ਜਿਹੜਾ ਦੁਸ਼ਟਾਂ ਨੇ ਬੇਅਦਬੀ ਕੀਤੀ ਹੈ, ਢਾਹ ਦਿੱਤਾ ਸਥਾਨ, ਤੇ ਉਹ ਅਸਥਾਨ ਉੱਥੇ ਸਤਿਗੁਰੂ ਜੀ ਨੇ ਡੇਰਾ ਕੀਤਾ ਸੀ, ਚਰਨ ਪਾਏ ਸਨ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕੇ ਸਿੱਖਾਂ ਨੂੰ ਆਪਣਾ ਰਾਜ ਭਾਗ ਬਖਸ਼ਣ ਤੇ ਫਿਰ ਗੁਰੂ ਕੇ ਸਿੱਖ ਉੱਥੇ ਉਹ ਅਸਥਾਨ ਦੀ ਸੇਵਾ ਕਰਵਾਉਣਗੇ। ਗੁਰੂ ਕੇ ਸਿੱਖੋ ਵਿਸ਼ਵਾਸ ਰੱਖੀਏ, ਭਰੋਸਾ ਰੱਖੀਏ, ਸਤਿਗੁਰੂ ਜੀ ਜ਼ਰੂਰ ਜ਼ਰੂਰ ਕਿਰਪਾ ਕਰਨਗੇ। ਭਾਵੇਂ ਉਹਨਾਂ ਨੇ ਅੱਜ ਉਹ ਸਥਾਨ ਤਹਿਸ ਨਹਿਸ ਕਰ ਦਿੱਤਾ ਹੈ, ਬੇਅਦਬੀ ਕੀਤੀ ਹੈ ਸਥਾਨ ਦੀ, ਤੇ ਕਿਸੇ ਸਿੰਘ ਨੇ ਇਹ ਵੀ ਦੱਸਿਆ ਕਿ ਉਸੇ ਜਿਹੜੇ ਅਸਥਾਨ ਦੇ ਉੱਪਰ ਸਤਿਗੁਰੂ ਜੀ ਨੇ ਜੋ ਕਿਰਪਾ ਕਰਕੇ ਜਿਹੜੇ ਅਸਥਾਨ ਨੂੰ ਪਵਿੱਤਰ ਕੀਤਾ ਸੀ, ਤੇ ਉਸੇ ਹੀ ਅਸਥਾਨ ਦੇ ਉੱਪਰ ਉਹਨਾਂ ਨੇ ਜੋ ਲੈਟਰਿੰਗ ਵੀ ਬਣਾਈ ਹੈ। ਕਹਿਣ ਤੋਂ ਭਾਵ ਇੰਨੇ ਦੁਸ਼ਟ ਨੇ ਉਹ, ਜ਼ਾਲਮਾਂ ਕੋਲ ਰਾਜ ਭਾਗ ਤਾਂ ਆ ਗਿਆ ਪਰ ਐਸੀਆਂ ਦੁਸ਼ਟਤਾਈਆਂ ਕਰਦੇ ਨੇ। ਕਹਿਣ ਤੋਂ ਭਾਵ ਪੈਖਾਨਾ ਬਣਾਇਆ ਹੈ ਉੱਥੇ, ਜੋ ਐਸੇ ਦੁਸ਼ਟ ਨੇ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਕੇ ਸਿੱਖਾਂ ਨੂੰ ਬਲ ਬਖਸ਼ਣ, ਗੁਰੂ ਕੇ ਸਿੱਖ ਸੇਵਾ ਸਿਮਰਨ ਨਾਮ ਸਿਮਰਨ ਦੇ ਨਾਲ ਜੁੜਨ ਤੇ ਫਿਰ ਸਤਿਗੁਰੂ ਜੀ ਬਲ ਬਖਸ਼ਣਗੇ ਤੇ ਫਿਰ ਸਿੱਖਾਂ ਦੇ ਕੋਲ ਆਪਣਾ ਰਾਜ ਭਾਗ ਆਵੇਗਾ ਤੇ ਗੁਰੂ ਕੇ ਸਿੱਖ ਸ਼ਰਧਾ ਭਾਵਨਾ ਦੇ ਨਾਲ ਉਹ ਅਸਥਾਨ ਦੀ ਸੇਵਾ ਕਰਾਉਣਗੇ। ਬਹੁਰੋ ਗਵਨੇ ਹੋਤ ਸਵੇਰਾ। ਜਦੋਂ ਸਤਿਗੁਰੂ ਜੀ ਚੱਲੇ ਤੇ ਫਿਰ ਉਥੋਂ ਸਵੇਰ ਹੁੰਦਿਆਂ ਹੀ ਚਾਲੇ ਪਾ ਦਿੱਤੇ ਸਤਿਗੁਰੂ ਜੀ ਨੇ। ਕਿਤਕ ਦੁਰਗੇ ਸਾਗਰ ਤੇਰਾ। ਹਾਂਜੀ, ਸਤਿਗੁਰੂ ਜੀ ਕਿੰਨੇ ਕੁ ਦੂਰ ਸਾਗਰ ਦੇ ਉੱਪਰ ਗਏ, ਸਮੁੰਦਰ ਦੇ ਉੱਤੇ ਗਏ ਨੇ। ਅਤ ਤਰੰਗ ਘੋਰ ਛਤ ਨੀਰਾ। ਹਾਂਜੀ, ਜੋ ਬਹੁਤੀਆਂ ਜ਼ਿਆਦੀਆਂ ਤਰੰਗਾਂ ਨੇ ਸਮੁੰਦਰ ਦੇ ਜਲ ਦੀਆਂ ਤੇ ਬੜੀਆਂ ਜੋ ਤੇਜ਼ ਤਰੰਗਾਂ ਨੇ। ਅਤ ਤਰੰਗ ਕੋ ਉਛਰਤ ਨੀਰਾ। ਹਾਂਜੀ, ਜੋ ਸਮੁੰਦਰ ਦੇ ਵਿੱਚ ਪਾਣੀ ਦੀਆਂ ਲਹਿਰਾਂ ਨੇ ਨਾ, ਉਹ ਬਹੁਤੀਆਂ ਜ਼ਿਆਦੀਆਂ ਉਛਲਦੀਆਂ ਨੇ। ਪੁੰਨ ਤਟ ਬੈਠੇ ਕਿਰਪਾ ਨਿਧਾਨਾ। ਫਿਰ ਕਿਰਪਾ ਦੇ ਖਜ਼ਾਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਕੰਢੇ ਤੇ ਜਾ ਕੇ ਬੈਠ ਗਏ ਨੇ। ਗਾਵਨ ਲੱਗਾ ਸ਼ਬਦ ਮਰਦਾਨਾ। ਭਾਈ ਮਰਦਾਨੇ ਨੇ ਸ਼ਬਦ ਉਚਾਰਨ ਕੀਤਾ। ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਮਰਦਾਨਿਆਂ, ਧੁਰ ਕੀ ਬਾਣੀ ਆਈ ਹੈ, ਸ਼ਬਦ ਜੋ ਰਬਾਬ ਵਜਾ। ਸਤਿਗੁਰੂ ਜੀ ਸ਼ਬਦ ਉਚਾਰਨ ਕਰਨ ਲੱਗੇ ਤੇ ਭਾਈ ਮਰਦਾਨਾ ਰਬਾਬ ਵਜਾ ਰਿਹਾ ਹੈ। ਉੱਚੀ ਸੁਰ ਸੋ ਉਰ ਹਰ ਖਾਇਓ। ਤੋ ਉੱਚੀ ਸੁਰ ਦੇ ਨਾਲ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ। ਭਾਈ ਮਰਦਾਨਾ ਵੀ ਨਾਲ ਗਾਉਂਦਾ ਹੈ ਤੇ ਨਾਲ ਰਬਾਬ ਵਜਾ ਰਿਹਾ। ਭਾਈ ਮਰਦਾਨਾ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ। ਅਦਕ ਮਨੋਜ ਰਬਾਬ ਵਜਾਇਓ। ਬੜੇ ਆਨੰਦ ਦੇ ਵਿੱਚ ਨਿਮਗਨ ਹੋ ਕੇ ਭਾਈ ਮਰਦਾਨੇ ਨੇ ਰਬਾਬ ਵਜਾਈ। ਦੋਹਰਾ ਇੱਕ ਮਿਰਤਕ ਮਾਨਵ ਪਰਾ, ਬ੍ਰਿਕ ਖਾਨ ਤੇ ਆਏ। ਇੱਕ ਮਰਿਆ ਹੋਇਆ ਮਨੁੱਖ ਪਿਆ ਹੈ ਤੇ ਬਘਿਆੜ ਖਾਣ ਵਾਸਤੇ, ਬਘਿਆੜ ਲਿਖਿਆ ਹੋਇਆ ਇੱਥੇ, ਬਘਿਆੜ ਖਾਣ ਵਾਸਤੇ ਆਇਆ। ਅਦਿਕ ਸ਼ੁਦਾ ਜਿਹ ਕੋ ਲੱਗੀ, ਚੂਮਿਓ ਮਸਤਕ ਜਾਏ। ਤੇ ਉਹ ਜਿਹੜਾ ਬਘਿਆੜ ਹੈ ਨਾ, ਉਹਨੂੰ ਬਹੁਤੀ ਜ਼ਿਆਦੀ ਭੁੱਖ ਲੱਗੀ ਸੀ, ਬਹੁਤੀ ਜ਼ਿਆਦੀ ਭੁੱਖ ਲੱਗੀ ਸੀ, ਪਰ ਫੇਰ ਵੀ ਬਘਿਆੜ ਨੇ ਮਰੇ ਹੋਏ ਮਨੁੱਖ ਦਾ ਮਸਤਕ ਸੁੰਘਿਆ ਹੈ ਜਾ ਕੇ। ਚੌਪਈ ਨਹਿ ਖਾਇਓ, ਹਟ ਕਰ ਸੋ ਗਇਓ। ਉਹਨੇ ਮਸਤਕ ਨੂੰ ਸੁੰਘਿਆ ਤੇ ਖਾਧਾ ਨਹੀਂ, ਮਰੇ ਹੋਏ ਮਨੁੱਖ ਨੂੰ ਖਾਧਾ ਨਹੀਂ, ਸੁੰਘ ਕੇ ਹੀ ਚਲਾ ਗਿਆ ਹੈ, ਪਿੱਛੇ ਮੁੜ ਗਿਆ ਬਘਿਆੜ। ਦੂਰ ਜਾਏ ਪੁਨਿ ਆਵਤ ਪਇਓ। ਦੂਰ ਜਾ ਕੇ ਤੇ ਫਿਰ ਆ ਗਿਆ ਹੈ ਵਾਪਸ। ਪਗ ਕਰ ਉਗ ਸੁੰਗਾ ਤੇ ਸਾਰਾ। ਹੱਥ ਤੇ ਪੈਰ ਸੁੰਘਣ ਲੱਗਾ ਹੈ ਮੁਰਦੇ ਦੇ। ਫਿਰ ਬਘਿਆੜ ਬਿਨ ਖਾਏਗਾ ਬਨਹਿ ਮਜਾਰਾ। ਬਿਨ ਖਾਧੇ ਤੋਂ ਬਿਨਾਂ ਹੀ ਜੰਗਲ ਦੇ ਵਿੱਚ ਚਲਾ ਗਿਆ ਹੈ। ਸ੍ਰੀ ਪ੍ਰਭ ਸੋ ਬੂਜਤ ਮਰਦਾਨਾ। ਇਹ ਸਾਰਾ ਕੌਤਕ ਦੇਖ ਕੇ ਪਹਿਲਾਂ ਤਾਂ ਭਾਈ ਮਰਦਾਨਾ ਡਰਦਾ ਰਿਹਾ ਬਘਿਆੜ ਨੂੰ ਦੇਖ ਕੇ, ਤੇ ਫਿਰ ਭਾਈ ਮਰਦਾਨੇ ਨੇ ਦੇਖਿਆ ਕਿ ਬਘਿਆੜ ਹੁਣ ਚਲਾ ਗਿਆ ਤੇ ਫਿਰ ਸਤਿਗੁਰੂ ਜੀ ਨੂੰ ਪੁੱਛਣ ਲੱਗਾ ਹੈ, ਬਿਰਤਕ ਕੋ ਬ੍ਰਿਕ ਕੀਨ ਨ ਖਾਨਾ। ਸਤਿਗੁਰੂ ਜੀ, ਇਹ ਜਿਹੜਾ ਬਘਿਆੜ ਹੈ ਇਹਦਾ ਆਹਾਰ ਮੁਰਦਾ ਹੈ। ਕਹਿਣ ਤੋਂ ਭਾਵ
ਕੇ ਜੇ ਕੋਈ ਮਨੁੱਖ ਸਾਹਮਣੇ ਆ ਜਾਵੇ ਜਾਂ ਪਸ਼ੂ ਪੰਛੀ ਕੋਈ ਸਾਹਮਣੇ ਆ ਜਾਵੇ, ਪਸ਼ੂ ਕੋਈ, ਉਹਨੂੰ ਇਹ ਖਾ ਜਾਂਦਾ ਹੈ ਬਘਿਆੜ। ਪਰ ਸਤਿਗੁਰੂ ਜੀ ਉਹ ਕੀ ਕਾਰਨ ਹੈ? ਇਹ ਬਘਿਆੜ ਨੇ ਇਹ ਮੁਰਦੇ ਨੂੰ ਖਾਧਾ ਕਿਉਂ ਨਹੀਂ ਹੈ? ਕਿਉਂ ਨਹੀਂ ਖਾ ਸਕਿਆ ਇਹ? ਸੂੰਘ ਹਟਿਓ ਕਿਉਂ ਕਹੀਏ ਸੁਆਮੀ। ਸੂੰਘ ਕੇ ਪਿੱਛੇ ਹਟ ਗਿਆ ਸੁਆਮੀ ਮਾਲਕ। ਸਤਿਗੁਰੂ ਜੀ ਉਹ ਦੱਸੋ। ਘਟ ਘਟ ਕੇ ਤੁਮ ਅੰਤਰ ਜਾਮੀ। ਸਤਿਗੁਰੂ ਜੀ ਉਹ ਆਪ ਘਟ ਘਟ ਦੇ ਅੰਤਰਜਾਮੀ ਹੋ, ਸਭ ਕੁਝ ਜਾਣਦੇ ਹੋ, ਕਿਰਪਾ ਕਰਕੇ ਦੱਸੋ ਜੀ। ਸੁਨ ਮਰਦਾਨੇ ਸ਼ਬਦ ਜੁਗਾਇਓ। ਸੇ ਸਤਿਗੁਰੂ ਜੀ ਕਹਿਣ ਲੱਗੇ ਕਿ ਭਾਈ ਮਰਦਾਨਿਆ, ਅਸੀਂ ਜੋ ਮਿਲ ਕੇ ਬੜੇ ਪਿਆਰ ਦੇ ਸਹਿਤ ਪਰਮਾਤਮਾ ਦੀ ਧੁਰ ਕੀ ਬਾਣੀ ਦਾ ਸ਼ਬਦ ਗਾਇਨ ਕੀਤਾ, ਜਾਂ ਤੇ ਹਿਰਦਾ ਸੁਧ ਹੈ ਆਇਓ। ਜਾਂ ਤੇ ਇਸ ਕਰਕੇ ਇਹ ਜਿਹੜਾ ਬਘਿਆੜ ਹੈ ਨਾ, ਇਹਦਾ ਹਿਰਦਾ ਸ਼ੁੱਧ ਹੋ ਗਿਆ, ਇਹਨੂੰ ਗਿਆਨ ਪ੍ਰਾਪਤ ਹੋ ਗਿਆ ਹੈ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ ਹਰ ਨਾਮਾ ਮੁਖ ਗਾਇਆ। ਇਹ ਸਤਿਗੁਰੂ ਜੀ ਦੀ ਬਾਣੀ ਦੇ ਵਾਕ ਨੇ। ਸਤਿਗੁਰੂ ਜੀ ਦੇ ਮੁਖਾਰ ਬਿਨ ਤੋਂ ਜੇ ਪਸ਼ੂਆਂ ਨੇ ਵੀ ਬਾਣੀ ਸੁਣ ਲਈ, ਕੀਰਤਨ ਸੁਣ ਲਿਆ, ਤੇ ਉਹਨਾਂ ਦੇ ਹਿਰਦੇ ਦੇ ਵਿੱਚ ਵੀ ਗਿਆਨ ਹੋ ਆਇਆ। ਪਾਪ ਪੁੰਨ ਕੋ ਭਇਓ ਵਿਚਾਰਾ। ਤੋ ਪਾਪ ਪੁੰਨ ਦੀ ਵਿਚਾਰ ਹੋ ਆਈ ਹੈ ਇਹਦੇ ਹਿਰਦੇ ਦੇ ਵਿੱਚ। ਭਖ ਅਪਖ ਹੈ ਰਖਿਓ ਆਹਾਰਾ। ਜੋ ਭਖ ਅਪਖ ਹੈ ਭਾਵ ਕਿ ਜਿਹੜੀਆਂ ਨਾ ਖਾਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਗਿਆਨਵਾਨ ਨਹੀਂ ਖਾਂਦੇ। ਜਿਹੜੀਆਂ ਖਾਣ ਵਾਲੀਆਂ ਵਸਤੂ ਨੇ ਨਾ, ਗਿਆਨਵਾਨ ਉਹਨਾਂ ਨੂੰ ਖਾਂਦੇ ਨੇ। ਜਿਹੜੇ ਗਿਆਨਵਾਨ ਨੇ ਲੋਕ। ਦੋਹਰਾ ਮਿਰਤਕ ਬੇਮੁਖ ਨਾਮ ਤੇ ਨਹਿ ਕੀਨੋ ਸਤ ਸੰਗ। ਜਿਹੜਾ ਮਰਿਆ ਹੋਇਆ ਮਨੁੱਖ ਹੈ ਨਾ, ਇਹ ਨਾਮ ਤੋਂ ਬੇਮੁਖ ਸੀ, ਕਦੇ ਵੀ ਇਹਨੇ ਸਤ ਸੰਗਤ ਨਹੀਂ ਸੀ ਕੀਤੀ। ਆਂਖ ਨ ਦਰਸਿਓ ਸੰਤ ਕਬ ਹਿਰਦੈ ਨ ਹਰਿ ਕੋ ਰੰਗ। ਇਹਨਾਂ ਦੀਦਿਆਂ ਦੇ ਨਾਲ, ਇਹਨਾਂ ਅੱਖਾਂ ਦੇ ਨਾਲ ਕਦੇ ਵਾਸਤੇ ਵੀ ਸੰਤ ਜਨਾਂ ਦੇ ਦਰਸ਼ਨ ਨਹੀਂ ਕੀਤੇ ਸਨ ਇਹ ਮਨੁੱਖ ਨੇ। ਹਾਂਜੀ, ਆਂਖ ਨਾ ਦੇਖਿਓ ਦਰਸ਼ ਪ੍ਰਭ। ਹਾਂਜੀ, ਆਂਖ ਨਾ ਦਰਸਿਓ ਸੰਤ ਕਬ ਹਿਰਦੈ ਨ ਹਰਿ ਕੋ ਰੰਗ। ਅੱਖਾਂ ਦੇ ਨਾਲ ਪਰਮਾਤਮਾ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਸੰਤ ਜਨਾਂ ਦੇ ਦਰਸ਼ਨ ਨਹੀਂ ਕੀਤੇ, ਤੇ ਨਾ ਹੀ ਹਿਰਦੇ ਨੂੰ ਨਾਮ ਦਾ ਰੰਗ ਚੜਿਆ ਹੋਇਆ ਸੀ। ਇਹ ਮਨਮੁਖ ਬੰਦਾ ਸੀ, ਇਸ ਕਰਕੇ ਉਹਦੀ ਲਾਸ਼ ਨੂੰ, ਉਹਦੀ ਮ੍ਰਿਤਕ ਦੇਹੀ ਨੂੰ ਬਘਿਆੜ ਸੁੰਘ ਕੇ ਚਲਾ ਗਿਆ। ਬਘਿਆੜ ਨੂੰ ਬਾਣੀ ਸੁਣ ਕੇ ਗਿਆਨ ਹੋ ਗਿਆ ਸੀ। ਚੌਪਈ ਹਸਤਨ ਸੋ ਕਬ ਟਹਿਲ ਨ ਕੀਨੀ। ਹੱਥਾਂ ਦੇ ਨਾਲ ਕਦੇ ਵਾਸਤੇ ਸੇਵਾ ਨਹੀਂ ਸੀ ਕੀਤੀ। ਹਰ ਜਸ ਧੁਨ ਸ਼ਰਬਨਨ ਨਹਿ ਦੀਨੀ। ਹਾਂਜੀ, ਹਰੀ ਦਾ ਜਸ ਸੁਣ ਕੇ ਤੇ ਉਧਰ ਨੂੰ ਕਦੇ ਧਿਆਨ ਨਹੀਂ ਦਿੱਤਾ ਮਨ ਲਾ ਕੇ, ਤੇ ਮਨ ਕਰ ਕਬਹੂ ਨਾ ਹਰ ਗੁਣ ਗਾਏ ਨਾ ਸੁਣੇ। ਜਾਣੇ ਸਭੈ ਅੰਗ ਅਪਵਿੱਤ। ਜੋ ਬਘਿਆੜ ਨੇ ਜਾਣ ਲਿਆ ਕਿ ਇਹ ਜਿਹੜਾ ਮਨੁੱਖ ਹੈ ਨਾ, ਇਹਦੇ ਸਾਰੇ ਅੰਗ ਅਪਵਿੱਤਰ ਨੇ। ਤੇ ਹੁਣ ਅਸੀਂ ਵਿਚਾਰ ਕਰ ਲਈਏ ਕਿ ਸ਼ੇਰ ਨੂੰ ਗਿਆਨ ਹੋ ਗਿਆ ਗੁਰੂ ਕੀ ਬਾਣੀ ਸੁਣ ਕੇ, ਤੇ ਬਾਣੀ ਪੜ੍ਹਨ ਵਾਲੇ ਮਨੁੱਖੀ ਜਾਮੇ ਦੇ ਵਿੱਚ ਇਹ ਨਹੀਂ ਵਿਚਾਰਦੇ ਕਿ ਇਹ ਪਵਿੱਤਰ ਹੈ ਜਾਂ ਅਪਵਿੱਤਰ ਹੈ, ਜਾਂ ਉਹ ਜਿਸ ਬੰਦੇ ਦੇ ਨਾਲ ਅਸੀਂ ਬੈਠ ਕੇ ਖਾਂਦੇ ਆ ਉਹ ਧਰਮੀ ਹੈ ਜਾਂ ਅਧਰਮੀ ਹੈ, ਪਾਪੀ ਹੈ, ਪਾਂਬਰ ਪੁਰਸ਼ ਹੈ। ਇਹ ਨਹੀਂ ਵਿਚਾਰ ਕਰਦੇ, ਬਸ ਟੰਗਾਂ ਚਾਰ ਹੋਣੀਆਂ ਚਾਹੀਦੀਆਂ ਨੇ। ਤੇ ਇਸ ਪ੍ਰਕਾਰ ਐਸੀ ਹਾਲਤ ਹੈ। ਜਿਹੜੇ ਗਿਆਨਵਾਨ ਵੀ ਕਹਾਉਂਦੇ ਨੇ ਉਹਨਾਂ ਦੀ ਵੀ ਐਸੀ ਹਾਲਤ ਹੈ। ਤੋ ਇੱਥੋਂ ਤੱਕ ਸੁਣਿਆ ਕਿ ਸੂਰ ਵੀ ਨਹੀਂ ਤੇ ਮਰਿਆ ਹੋਇਆ ਕੁੱਤਾ ਵੀ ਨਹੀਂ ਛੱਡਣਾ, ਟੰਗਾਂ ਚਾਰ ਹੋਣੀਆਂ ਚਾਹੀਦੀਆਂ ਨੇ। ਤੇ ਉਧਰ ਸ਼ੇਰ ਨੂੰ ਸਤਿਗੁਰੂ ਜੀ ਦੀ ਬਾਣੀ ਸੁਣ ਕੇ ਸੋਝੀ ਆ ਗਈ, ਤੇ ਉਹਨੇ ਮਰਿਆ ਹੋਇਆ ਜਿਹੜਾ ਮਨੁੱਖ ਸੀ ਨਾ, ਉਹਦਾ ਪਹਿਲਾਂ ਸਿਰ ਸੁੰਘਿਆ, ਫਿਰ ਹੱਥ ਤੇ ਪੈਰ ਸੁੰਘੇ। ਤੇ ਨਾ ਤਾਂ ਇਹਨੇ ਕਦੇ ਆਪਣੇ ਜ਼ੁਬਾਨ ਦੇ ਨਾਲ ਨਾਮ ਜਪਿਆ ਤੇ ਨਾ ਕਦੇ ਸੰਗਤ ਕੀਤੀ। ਇਹ ਸਿਰ ਸੰਗਤ ਦੇ ਵਿੱਚ ਜਾ ਕੇ, ਮਹਾਂਪੁਰਖਾਂ ਦੀ ਸੰਗਤ ਦੇ ਵਿੱਚ ਜਾ ਕੇ ਨਹੀਂ ਝੁਕਾਇਆ, ਨਾ ਹੱਥਾਂ ਦੇ ਨਾਲ ਸੇਵਾ ਕੀਤੀ, ਨਾ ਪੈਰਾਂ ਨਾਲ ਚੱਲ ਕੇ ਸੰਗਤ ਦੇ ਵਿੱਚ ਗਿਆ। ਸ਼ੇਰ ਨੂੰ, ਉਹ ਬਘਿਆੜ ਨੂੰ ਸੋਝੀ ਹੋ ਗਈ, ਉਹ ਛੱਡ ਗਿਆ ਕਿ ਮੁਰਦੇ ਨੂੰ ਖਾਣਾ ਨਹੀਂ ਹੈ, ਇਹਨੂੰ ਖਾਣ ਦੇ ਨਾਲ ਪਾਪ ਲੱਗੇਗਾ, ਤੇ ਅਸੀਂ ਇੰਨੇ ਲਾਡਲੇ ਹੋ ਗਏ ਕਿ ਸਾਨੂੰ ਪਾਪ ਲੱਗਦਾ ਹੀ ਨਹੀਂ। ਭਾਵੇਂ ਪੰਜ ਰਤਨੀ ਤੇ ਭਾਵੇਂ ਗੰਗਾ ਜਲ ਛਕੀਏ, ਗੰਗਾ ਜਲ ਕਹਿ ਕੇ ਸ਼ਰਾਬ ਛਕੀਏ, ਤੇ ਭਾਵੇਂ ਬੱਕਰੇ ਛਤਰੇ ਖਾਈਏ ਪੀਏ, ਤੋ ਸਾਨੂੰ ਕੋਈ ਪਾਪ ਨਹੀਂ ਲੱਗਦਾ।
ਇੰਨੇ ਵੱਡੇ ਪੁੰਨੀ ਹੋ ਗਏ ਨੇ। ਐਸੀ ਹਾਲਤ ਹੈ। ਸਤਿਗੁਰੂ ਜੀ ਦੀ ਬਾਣੀ ਦਾ ਸ਼ਬਦ ਸੁਣ ਕੇ ਉਹ ਬਘਿਆੜ ਨੂੰ ਗਿਆਨ ਹੋ ਗਿਆ ਸੀ। ਇਸੇ ਕਰਕੇ ਮਨਮੁਖ ਬੰਦੇ ਦੀ ਮ੍ਰਿਤਕ ਦੇਹੀ ਨੂੰ ਉਹਨੇ ਖਾਧਾ ਨਹੀਂ, ਛੱਡ ਦਿੱਤਾ। ਇਸ ਖਾਵਨ ਤੇ ਹੋਏ ਅਦੋਗਤ। ਹਾਂਜੀ, ਜੋ ਉਹ ਬਘਿਆੜ ਨੇ ਜਾਣਿਆ, ਗਿਆਨ ਆ ਗਿਆ ਉਹਨੂੰ ਕਿ ਇਹਨੂੰ ਖਾਣ ਦੇ ਨਾਲ ਅਧੋਗਤੀ ਦੇ ਵਿੱਚ ਜਾਵਾਂਗਾ। ਪਹਿਲਾਂ ਮੈਨੂੰ ਪਸ਼ੂਆਂ ਵਾਲੀ ਦੇਹੀ ਮਿਲੀ ਹੈ ਤੇ ਹੋਰ ਮੈਂ ਅਧੋਗਤੀ ਨੂੰ ਜਾਵਾਂਗਾ। ਕਹਿਣ ਤੋਂ ਭਾਵ ਕਿ ਨਰਕਾਂ ਦੇ ਵਿੱਚ ਪਵਾਂਗਾ, ਹੋਰ ਮੇਰਾ ਬੁਰਾ ਹੋਵੇਗਾ, ਭਲਾ ਨਹੀਂ ਹੋਣਾ। ਜਾਂ ਤੇ ਤਜਿਓ ਸੁਨੋ ਮਰਦਾਨਾ। ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਿਆ ਇਸ ਕਰਕੇ ਛੱਡ ਦਿੱਤਾ ਇਹ ਬਘਿਆੜ ਨੇ। ਬਘਿਆੜ ਨੂੰ ਗਿਆਨ ਹੋ ਗਿਆ। ਬਿਨਾ ਨਾਮ ਕਬ ਨਹਿ ਕਲਿਆਣਾ। ਕਦੇ ਵੀ ਨਾਮ ਤੋਂ ਬਿਨਾ ਕਲਿਆਣ ਨਹੀਂ ਹੋ ਸਕਦਾ, ਭਾਵ ਕਿ ਜੰਮਣ ਮਰਨ ਤੋਂ ਰਹਿਤ ਨਹੀਂ ਹੋ ਸਕਦਾ ਇਹ ਜੀਵ। ਨਿਹਫਲ ਨਰ ਸਰੀਰ ਹੈ ਸੋਈ। ਜਿਹੜਾ ਇਹ ਮਨੁੱਖ ਹੈ ਨਾ, ਇਹਦਾ ਜਿਹੜਾ ਤਨ ਹੈ, ਸਰੀਰ ਹੈ, ਇਹ ਨਿਸ਼ਫਲ ਹੈ, ਕਿਸੇ ਵੀ ਕੰਮ ਦਾ ਨਹੀਂ। ਪਰਮਾਤਮਾ ਦੀ ਬੰਦਗੀ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਹੈ। ਜਿਨ ਕਬ ਹੂੰ ਸਤ ਸੰਗ ਨ ਜੋਈ। ਜਿਸ ਜੀਵ ਨੇ ਕਦੇ ਵੀ ਸਤ ਸੰਗਤ ਦੇ ਦਰਸ਼ਨ ਨਹੀਂ ਕੀਤੇ। ਨਾਮ ਜਪਨ ਨਰ ਜਗ ਮੈਂ ਆਇਓ। ਨਾਮ ਜਪਣ ਵਾਸਤੇ ਜੋ ਇਹ ਜੀਵ ਜਗਤ ਦੇ ਵਿੱਚ ਆਇਆ ਹੈ। ਜਿਵੇਂ ਬਾਣੀ ਦੇ ਵਿੱਚ ਬਚਨ ਨੇ ਕਿ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਧੀ। ਤੋ ਐਸੀ ਹਾਲਤ ਹੈ, ਅਸੀਂ ਐਸੇ ਅਪਰਾਧੀ ਹਾਂ। ਤੋ ਹਾਂਜੀ, ਨਾਮ ਜਪਣ, ਫਿਰ ਦੁਬਾਰਾ ਨਾਮ ਜਪਨ ਨਰ ਜਗ ਮੈਂ ਆਇਓ। ਨਾਮ ਜਪਣ ਵਾਸਤੇ ਮਨੁੱਖ ਜਗਤ ਦੇ ਵਿੱਚ ਆਇਆ ਹੈ। ਨਾਮ ਜਪਣ ਜੋ ਐਸੇ ਹੀ ਤਰ੍ਹਾਂ ਆਇਓ ਸੁਣਨ ਪੜਨ ਕਉ ਬਾਣੀ। ਨਾਮ ਵਿਸਾਰ ਲਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਭੁੱਲਿਓ ਤਾਹੇ ਵਿਸ਼ੈ ਲਪਟਾਇਓ। ਇਹ ਜੀਵ ਭੁੱਲ ਗਿਆ ਹੈ ਪ੍ਰਮਾਤਮਾ ਦੇ ਨਾਮ ਨੂੰ ਤੇ ਵਿਸ਼ਿਆਂ ਦੇ ਵਿੱਚ ਲੰਪਟ ਹੋ ਗਿਆ। ਸੁਨ ਕੈ ਨਮੋ ਕੀਨ ਮਰਦਾਨੇ। ਜਦੋਂ ਭਾਈ ਮਰਦਾਨੇ ਨੇ ਸਤਿਗੁਰੂ ਜੀ ਦੇ ਸੁਭਾਈਮਾਨ ਮੁਖਾਰਬਿੰਦ ਤੋਂ ਐਸੇ ਬਚਨ ਸਰਵਣ ਕੀਤੇ ਤੇ ਨਮਸਕਾਰ ਕੀਤੀ ਹੈ। ਧੰਨ ਹੋ, ਧੰਨ ਹੋ, ਧੰਨ ਹੋ ਸਤਿਗੁਰੂ ਜੀ। ਆਪ ਜੀ ਨੇ ਐਸੇ ਅਲਪੱਗ ਜੀਵਾਂ ਨੂੰ ਬੜੀ ਮਹਾਨ ਸੋਝੀ ਬਖਸ਼ੀ ਹੈ। ਇਸੇ ਤਰ੍ਹਾਂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਜੀ। ਆਪ ਜੀ ਦੇ ਚਰਨਾਂ ਦੇ ਨਾਲ, ਨਾਮ ਬਾਣੀ ਦੇ ਨਾਲ ਜੁੜੇ ਰਹੀਏ। ਇਹ ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਕੱਲ ਨੂੰ ਕਲਯੁਗ ਵਾਲਾ ਪ੍ਰਸੰਗ ਆਉਣਾ ਤੇ ਸਤਿਗੁਰੂ ਜੀ ਕਿਰਪਾ ਕਰਕੇ ਸ਼ਬਦ ਉਚਾਰਨ ਕਰਨ ਕੇ ਮੋਤੀ ਤਾਂ ਮੰਦਰ ਉਸਰਹਿ ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਮਤ ਦੇਖ ਭੂਲਾਂ ਵਿਸਰੈ ਤੇਰਾ ਚਿਤ ਨਾ ਆਵੈ ਨਾਓ। ਇਹ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕਰਕੇ ਕਲਯੁਗ ਨੂੰ ਉਪਦੇਸ਼ ਦੇਣਾ ਹੈ। ਤੋ ਗੁਰੂ ਕੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀ ਸਾਧ ਸੰਗਤ ਬਖਸ਼ਣਹਾਰ ਹੈ। ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੂਲਣਹਾਰ। ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਨਾਮ ਜਪਨ ਨਰ ਜਗ ਮੈਂ ਆਇਓ। ਭੂਲਿਓ ਤਾਹੇ ਵਿਸ਼ੈ ਲਪਟਾਇਓ। ਸੁਨ ਕੈ ਨਮੋ ਕੀਨ ਮਰਦਾਨੇ। ਧੰਨ ਪ੍ਰਭੂ ਸੱਚ ਕਰ